ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਅੱਜ ਦਾ ਦਿਹਾੜਾ ਹੈ ਮਾਘ ਮਹੀਨੇ ਦੀ ਸੰਗਰਾਂਦ, ਜੋ ਹੁਣ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਤਿਗੁਰਾਂ ਨੇ ਇਹ ਮਹੀਨੇ ਬਾਰੇ ਸਾਨੂੰ ਜੋ ਭੇਦ ਦਿੱਤਾ, ਸਮਝਾਏ ਹੈ, ਹੁਣ ਆਪਾਂ ਉਹ ਭੇਦ ਲੈਣਾ ਹੁੰਦਾ ਸਤਿਗੁਰਾਂ ਪਾਸੋਂ। ਸਿਰਫ ਇੱਥੇ ਤੱਕ ਹੀ ਨਹੀਂ ਸੀਮਤ ਰਹਿਣਾ ਹੁੰਦਾ ਵੀ ਅਸੀਂ ਆਏ ਹਾਂ, ਮੱਥਾ ਟੇਕਿਆ, ਪ੍ਰਸ਼ਾਦ ਲਿਆ ਤੇ ਘਰ ਨੂੰ ਵਾਪਸ ਚਲੇ ਗਏ। ਜੇ ਅਸੀਂ ਇੱਥੇ ਤੱਕ ਹੀ ਸੀਮਤ ਰਹਾਂਗੇ ਤੇ ਸਾਨੂੰ ਜੋ ਗੁਰਬਾਣੀ ਗੁਰੂ ਉਪਦੇਸ਼ ਦੇ ਰਹੇ, ਜੋ ਸਾਨੂੰ ਸਮਝਾਉਣਾ ਚਾਹੁੰਦੇ, ਸਾਨੂੰ ਉਹਦੀ ਸਮਝ ਨਹੀਂ ਲੱਗੇਗੀ। ਇਹ ਜਦ ਤੱਕ ਸਾਨੂੰ ਸਮਝ ਨਹੀਂ ਲੱਗੇਗੀ ਅਸੀਂ ਮੰਨਾਂਗੇ ਕਿਵੇਂ? ਗੁਰਬਾਣੀ ਗੁਰੂ ਨੂੰ ਮੰਨਾਂਗੇ ਤਾਂ ਫੇਰ ਹੀ ਜੇ ਸਾਨੂੰ ਸਮਝ ਆਏਗੀ ਵੀ ਸਾਨੂੰ ਕਹਿੰਦੇ ਕੀ ਨੇ, ਸਾਨੂੰ ਕੀ ਉਪਦੇਸ਼ ਕਰਦੇ। ਹੁਣ ਜਿੰਨਾ ਵੀ ਉਪਦੇਸ਼ ਹੈ ਇਹ ਸਾਰਾ ਸਾਡੇ ਮਨ ਨੂੰ ਦਿੱਤਾ ਜਾਂਦਾ। ਜਿਵੇਂ ਹੁਣ ਅਸੀਂ ਤਨ ਦਾ ਇਸ਼ਨਾਨ ਕਰਦੇ ਹਾਂ, ਜੀਵ ਜਾਂਦੇ ਤੀਰਥਾਂ 'ਤੇ, ਇਹ ਤਨ ਨੂੰ ਇਸ਼ਨਾਨ ਕਰਾਉਂਦੇ, ਸਰੀਰ ਨੂੰ ਨਹਾਉਂਦੇ। ਹੁਣ ਆਪਾਂ ਨੂੰ ਫਿਰ ਦੱਸਦੇ ਬਈ ਕਿਵੇਂ ਅਸੀਂ ਜਿਹੜਾ ਮਨ ਦਾ ਇਸ਼ਨਾਨ ਕਰਾਉਣਾ, ਸਾਡੇ ਮਨ ਦਾ ਕਿਵੇਂ ਮੰਜਨ ਹੋਵੇ, ਮਨ ਦਾ ਕਿਵੇਂ ਇਸ਼ਨਾਨ ਹੋਵੇ ਤਾਂ ਕਿ ਸਾਡਾ ਮਨ ਧੋਤਾ ਜਾਵੇ, ਸਾਡੇ ਮਨ ਦੀ ਮੈਲ ਉਤਰ ਜੇ। ਉਹਦੇ ਵਾਸਤੇ ਫਿਰ ਇਹ ਸਾਧ ਸੰਗਤ, ਸੰਤਾਂ ਦਾ, ਸਾਧੂਆਂ ਦਾ ਸੰਗ ਕਰਕੇ
ਸਾਡੇ ਮਨ ਦਾ ਮੰਜਨ ਹੁੰਦਾ, ਸਾਡੇ ਮਨ ਦਾ ਇਸ਼ਨਾਨ ਹੁੰਦਾ, ਸਾਡਾ ਮਨ ਧੋਤਾ ਜਾਂਦਾ। ਧੋਤਾ ਜਾਂਦਾ ਉਹਨਾਂ ਦੀ ਧੂੜੀ ਨਾਲ। ਜਦੋਂ ਸੰਤਾਂ ਸਾਧੂਆਂ ਦੇ ਬਚਨਾਂ ਦੀ ਧੂੜੀ ਸਾਡੇ ਮਨ ਦੇ ਉੱਤੇ ਪੈਂਦੀ ਤੇ ਸਾਡੇ ਮਨ ਦੀ ਮੈਲ ਉਤਰਦੀ, ਸਾਡੇ ਮਨ ਦਾ ਮੰਜਨ ਹੁੰਦਾ, ਇਸ਼ਨਾਨ ਹੋ ਜਾਂਦਾ। ਹੁਣ ਇਸ ਵਰਤਾਏ ਫਿਰ ਸਤਿਗੁਰੂ ਆਪਾਂ ਨੂੰ ਫਰਮਾਉਂਦੇ, ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਬਈ ਸਾਧੂ ਜਨਾਂ ਦਾ ਸੰਗ ਕਰੋ, ਸਤ ਸੰਗਤ ਕਰੋ। ਸਤ ਸੰਗਤ ਦੇ ਵਿੱਚ ਜਾ ਕੇ ਸਾਡੇ ਮਨ ਦਾ ਇਸ਼ਨਾਨ ਹੋਣਾ, ਸਾਡਾ ਮਨ ਧੋਤਾ ਜਾਣਾ, ਧੋਤਾ ਜਾਣਾ ਬਚਨਾਂ ਦੁਆਰ। ਜਿਵੇਂ ਹੁਣ ਆਪਾਂ ਸਤ ਸੰਗਤ 'ਚ ਆਉਂਦੇ, ਇੱਕ ਜਾਣਾ ਆਪਾਂ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ ਹਾਂ ਸ਼ਬਦ ਦੀ, ਬਾਕੀ ਆਪਾਂ ਧਿਆਨ ਦੇ ਨਾਲ ਸੁਣਦੇ। ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ, ਸਾਡੇ ਮਨ ਦਾ ਮੰਜਨ ਹੋ ਜਾਂਦਾ। ਮਹਾਰਾਜ ਫਰਮਾਉਂਦੇ ਨੇ, ਮਨ ਤਨ ਧੋਵੇ ਸ਼ਬਦ ਵਿਚਾਰੀ। ਬਈ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਸਾਡਾ ਮਨ ਵੀ ਤੇ ਮਨ ਦਾ ਤਨ ਹੈ ਜਿਹੜਾ ਸੂਖਮ, ਉਹ ਸਾਡੇ ਮਨ ਦਾ ਤਨ ਤੇ ਮਨ ਦੋਵਾਂ ਦਾ ਮੰਜਨ ਹੋ ਜਾਂਦਾ, ਦੋਵਾਂ ਦਾ ਇਸ਼ਨਾਨ ਹੋ ਜਾਂਦਾ, ਧੋਤੀ ਜਾਂਦੀ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਬਈ ਜਿਵੇਂ ਅਸੀਂ ਇਹ ਤਨ ਨੂੰ ਇਸ਼ਨਾਨ ਕਰਾਉਂਦੇ ਤੇ ਤਨ ਦਾ ਇਸ਼ਨਾਨ ਕਰਾਉਂਦੇ ਹਾਂ ਤੇ ਤਨ ਦੀ ਮੈਲ ਲੈਂਦੀ, ਸਰੀਰ ਦੀ ਮੈਲ ਲੈਂਦੀ। ਮਨ ਦਾ ਇਸ਼ਨਾਨ ਕਰਾਵਾਂਗੇ ਤੇ ਸਾਡੇ ਮਨ ਦੀ ਮੈਲ ਲਏਗੀ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਤਨ ਵਾਸਤੇ ਇਹ ਪਾਣੀ ਹੈ ਤੇ ਸਾਬਣ ਹੈ, ਇਹਦੇ ਨਾਲ ਇਹ ਤਨ ਧੋਤਾ ਜਾਂਦਾ। ਤਨ ਨੂੰ ਜੇ ਮੈਲ ਲੱਗੀ ਹੈ ਤੇ ਉਹ ਮੈਲ ਉਤਰ ਜਾਂਦੀ। ਜਿਹੜੀ ਹੁਣ ਸਾਡੇ ਮਨ ਦੇ ਉੱਤੇ ਮੈਲ ਲੱਗਦੀ, ਇਹ ਸਾਧ ਸੰਗਤ ਤੋਂ ਬਿਨਾਂ ਉਤਰਦੀ ਨਹੀਂ ਹੈ। ਇਹ ਜਦ ਤੱਕ ਅਸੀਂ ਗੁਰੂ ਦੀ ਮੱਤ ਨਹੀਂ ਲਵਾਂਗੇ, ਜਦ ਤੱਕ ਅਸੀਂ ਸਿਮਰਨ ਨਹੀਂ ਕਰਾਂਗੇ, ਜਦ ਤੱਕ ਅਸੀਂ ਸ਼ਬਦ ਦੀ ਵਿਚਾਰ ਸੁਣਾਂਗੇ ਨਹੀਂ, ਉਹਨਾਂ ਸਮਾਂ ਇਹ ਸਾਡੇ ਮਨ ਦੀ ਮੈਲ ਨਹੀਂ ਲੱਥਦੀ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਰੋਜ਼, ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਧੋਈ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਮੇ ਕੇ ਰੰਗ। ਬਈ ਜਿਹੜੀ ਸਾਡੀ ਮੱਤ ਮੈਲੀ ਹੋ ਗਈ ਹੈ, ਸਾਡਾ ਮਨ ਮੈਲਾ ਹੋ ਗਿਆ, ਇਹਨੇ ਹੁਣ ਨਾਮ ਦੁਆਰਾ ਧੋਤਾ ਜਾਣਾ, ਇਹਨੇ ਸਤ ਸੰਗਤ ਕਰਕੇ ਧੋਤਾ ਜਾਣਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਬਿਨਾਂ ਭਾਗਾਂ ਤੋਂ ਸਾਨੂੰ ਇਹ ਸਾਧ ਸੰਗਤ ਮਿਲਦੀ ਨਹੀਂ ਹੈ, ਤੇ ਸਾਧ ਸੰਗਤ ਤੋਂ ਬਿਨਾਂ ਸਾਡਾ ਜਿਹੜਾ ਮਨ ਹੈ ਇਹ ਮੈਲ ਦੇ ਨਾਲ ਭਰਿਆ ਰਹਿੰਦਾ ਹੈ, ਸ਼ੁੱਧ ਨਹੀਂ ਹੋ ਸਕਦਾ, ਧੋਤਾ ਨਹੀਂ ਜਾ ਸਕਦਾ। ਸਤਿਗੁਰੂ ਇਸ ਲਈ ਫਰਮਾਉਂਦੇ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀ ਜੇ ਜੀਓ। ਬਈ ਸਾਧ ਸੰਗਤ ਤੋਂ ਬਿਨਾਂ ਸਾਡਾ ਮਨ ਮੈਲ ਦੇ ਨਾਲ ਭਰਿਆ ਪਿਆ। ਹੁਣ ਇਹਨੂੰ ਮੈਲ ਲੱਗਦੀ ਕਿਹੜੀ? ਇਹ ਦੁਵਿਧਾ ਦੀ, ਬੈਰ ਵਿਰੋਧ ਦੀ, ਹਉਮੈ ਦੀ, ਹੰਕਾਰ ਦੀ, ਨਿੰਦਿਆ ਚੁਗਲੀ ਦੀ, ਈਰਖਾ ਨਫ਼ਰਤ ਦੀ, ਸਹਿੰਸੇ ਫਿਕਰਾਂ ਦੀ, ਚਿੰਤਾਵਾਂ ਦੀ।
ਇਹ ਸਾਰੀ ਸਾਡੇ ਮਨ ਦੇ ਉੱਤੇ ਮੈਲ ਲੱਗਦੀ। ਹੁਣ ਆਪ ਨੂੰ ਫਿਰ ਸਮਝਾਉਂਦੇ ਬਈ ਉਹ ਜੀਵ ਫਿਰ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਇਹ ਸਾਧ ਸੰਗਤ ਪ੍ਰਾਪਤ ਹੋ ਜਾਂਦੀ। ਬੜ ਭਾਗੀ ਸਾਧ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ। ਬਈ ਜਿਹੜੇ ਭਾਗਾਂ ਤੋਂ ਹੀਣੇ ਨੇ ਉਹ ਭਰਮ 'ਚ ਨਹੀਂ, ਚੋਟਾਂ ਖਾਂਦੇ, ਸਹਾਰਦੇ, ਜਮਾਂ ਦੀਆਂ ਦੁਖੀ ਹੁੰਦੀ। ਇਹ ਆਵਾਂ ਨੂੰ ਸਮਝਾ ਦਿੱਤਾ ਬਈ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਗਈ ਉਹ ਵੱਡੇ ਭਾਗਾਂ ਵਾਲੇ ਬਣ ਗਏ। ਜਿਨ੍ਹਾਂ ਨੂੰ ਫਿਰ ਇਹ ਸਾਧ ਸੰਗਤ ਮਿਲ ਜਾਂਦੀ ਉਹ ਗੁਰਮੁਖ ਨੇ ਜਿਹੜੇ ਉਹ ਤਰ ਜਾਂਦੇ। ਤਾਂਹੀਓ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਬਈ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਗਈ ਉਹਨਾਂ ਨੇ ਤਰਨਾ, ਕਿਉਂਕਿ ਉਹਨਾਂ ਦੇ ਮਨ ਦਾ ਇਸ਼ਨਾਨ ਹੋ ਜਾਣਾ, ਉਹਨਾਂ ਦੇ ਮਨ ਨੇ ਧੋਤਾ ਜਾਣਾ। ਸਾਧੂ ਜਨਾਂ ਨੇ, ਸੰਤਾਂ ਨੇ ਆਪਣੀ ਧੂੜੀ ਦੇ ਦੇ ਕੇ ਸਾਡੇ ਮਨ ਦੇ ਉੱਤੋਂ ਮੈਲ ਲਾ ਦੇਣੀ ਹੁੰਦੀ। ਇਸ ਲਈ ਮਹਾਰਾਜ ਕਹਿੰਦੇ ਵੀ ਜਿਹੜੇ ਹਰੀ ਦੇ ਸੰਤ ਨੇ, ਸਾਧੂ ਨੇ, ਉਹਨਾਂ ਦਾ ਸੰਗ ਕਰਕੇ, ਉਹਨਾਂ ਦੇ ਬਚਨਾਂ ਦੀ ਧੂੜੀ ਲੈ ਕੇ ਸਾਡੇ ਮਨ ਦੇ ਉੱਤੋਂ ਇਸ ਤਰ੍ਹਾਂ ਮੈਲ ਨਿਕਲਦੀ, ਜਿਵੇਂ ਕੱਪੜਾ ਬਹੁਤ ਜ਼ਿਆਦਾ ਮੈਲਾ ਹੋ ਜਾਂਦਾ, ਉਹਨੂੰ ਸਾਬਣ ਲਾਈ, ਸਾਬਣ ਲਾ ਕੇ ਕੱਪੜੇ ਦੇ ਵਿੱਚੋਂ ਮੈਲ ਨਿਕਲ ਜਾਂਦੀ। ਇਸੇ ਤਰ੍ਹਾਂ ਹੀ ਸਤ ਸੰਗਤ ਕਰਕੇ, ਸੰਤਾਂ ਦਾ ਸੰਗ ਕਰਕੇ ਸਾਡੇ ਮਨ ਦੇ ਵਿੱਚੋਂ ਮੈਲ ਨਿਕਲ ਜਾਂਦੀ। ਮਹਾਰਾਜ ਫਰਮਾਉਂਦੇ, ਹਰ ਕੇ ਸੰਤ ਸੰਤ ਭਲ ਨੀਕੇ, ਮੈਲ ਸੰਤ ਜਨਾ ਮਲ ਲਹੀਏ। ਹਉ ਮੈਂ ਦੁਰਤ ਗਈ ਸਭ ਨਿਕਰ, ਜਿਉ ਕਾਪੜ ਸਾਬਣ ਕਰੇ। ਬਈ ਜਿਵੇਂ ਉਹ ਕੱਪੜਾ ਸਾਬਣ ਦਾ ਸੰਗ ਕਰਕੇ ਉਜਲ ਹੋ ਜਾਂਦਾ, ਇਸੇ ਤਰ੍ਹਾਂ ਹੀ ਸਤ ਸੰਗਤ ਕਰਕੇ ਸਾਡਾ ਮਨ ਉਜਲ ਹੋ ਜਾਂਦਾ, ਇਹਦੀ ਮੈਲ ਉਤਰ ਜਾਂਦੀ। ਹੁਣ ਮਹਾਰਾਜ ਫਿਰ ਇਸ ਲਈ ਸਾਨੂੰ ਦੱਸਦੇ ਵੀ ਇਹ ਮਾਘ ਦੇ ਮਹੀਨੇ ਦੇ ਵਿੱਚ ਤੁਸੀਂ ਮੰਜਨ ਕਰੋ ਸਾਧੂ ਦਾ ਸੰਗ ਕਰਕੇ, ਸਤ ਸੰਗਤ ਕਰਕੇ, ਉਹਨਾਂ ਦੀ ਧੂੜੀ ਲਓ ਤੇ ਸਾਡੇ ਮਨ ਦਾ ਇਸ਼ਨਾਨ ਹੋ ਜਾਏਗਾ। ਫਿਰ ਅਸੀਂ ਇਹ ਧੂੜੀ ਲੈ ਕੇ ਮਨ ਨੂੰ ਸਹਿਜ ਵਿੱਚ ਲੈ ਕੇ ਜਾਣਾ, ਕਿਉਂਕਿ ਜਦੋਂ ਸਾਡੇ ਮਨ ਦੀ ਮੈਲ ਉਤਰ ਗਈ, ਸਾਡੇ ਮਨ ਨੇ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋ ਜਾਣਾ। ਜਦੋਂ ਅਸੀਂ ਰਹਿਤ ਹੋ ਗਏ, ਫਿਰ ਜੋ ਸਾਡੇ ਅੰਦਰ ਨਾਮ ਹੈ, ਪਰਮਾਤਮਾ ਦੇ ਮੁਖ ਦੀ ਆਵਾਜ਼, ਫਿਰ ਅਸੀਂ ਉਹ ਨਾਮ ਨੂੰ ਸੁਣਾਂਗੇ। ਮਾਲਕ ਬੋਲਦੇ ਹੈ, ਸਾਡੇ ਮਨ ਨੇ ਫਿਰ ਉਸ ਆਵਾਜ਼ ਨੂੰ ਸੁਣਨਾ, ਫਿਰ ਉਹਨੂੰ ਸੁਣ ਕੇ ਅਸੀਂ ਫਿਰ ਸਾਰਿਆਂ ਨੂੰ ਅੱਗੇ ਦਾਨ ਕਰਨਾ, ਜੀਵਾਂ ਨੂੰ ਭੇਜ ਦੇਣਾ, ਸਮਝਾਉਣਾ। ਮਹਾਰਾਜ ਕਹਿੰਦੇ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਬਈ ਇਹ ਫਿਰ ਅਸੀਂ ਅੱਗੇ ਦਾਨ ਕਰਨਾ, ਮਾਘ ਦੇ ਮਹੀਨੇ ਦੇ ਵਿੱਚ ਇਹ ਦਾਨ ਕਰਨਾ ਸੀ, ਜਿਹੜਾ ਸਾਨੂੰ ਗੁਰੂ ਨਾਨਕ ਦੇ ਘਰ ਨੇ ਦੱਸੇ, ਜਿਹੜਾ ਸਾਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬ ਨੇ ਦੱਸੇ। ਜਿਵੇਂ ਹੁਣ ਆਪਾਂ ਦੇਖਦੇ, ਮਾਘ ਦੇ ਮਹੀਨੇ ਵਿੱਚ ਬਹੁਤ ਜੀਵ ਦਾਨ ਪੁੰਨ ਕਰਦੇ। ਹੁਣ ਆਪਾਂ ਐਸਾ ਕਿਹੜਾ ਦਾਨ ਪੁੰਨ ਕਰੀਏ ਵੀ ਜਿਹੜਾ ਸਾਡਾ ਕੀਤਾ ਹੋਇਆ ਦਾਨ ਉਹ ਸਾਡਾ ਪ੍ਰਵਾਨ ਹੋ ਜੀ, ਜਿਹੜਾ ਦਾਨ ਕਰਕੇ ਅਸੀਂ ਸਦਾ ਸੁਖੀ ਹੋ ਜਾਈਏ। ਤੇ ਉਹ ਫਿਰ ਮਹਾਰਾਜ ਸਾਨੂੰ ਇਹ ਦਾਨ ਦੱਸਦੇ।
ਬਈ ਕਲਯੁਗ ਦੇ ਸਮੇਂ ਦੇ ਵਿੱਚ ਜਿਹੜਾ ਹੁਣ ਇਹ ਕਲਾ ਦਾ ਯੁੱਗ ਚੱਲ ਰਿਹਾ ਹੈ, ਇਹਦੇ ਵਿੱਚ ਪੁੰਨ ਕੀ ਹੈ? ਇਹਦੇ ਵਿੱਚ ਪੁੰਨ ਹੈ ਪਰਮਾਤਮਾ ਦਾ ਸਿਮਰਨ ਕਰਨਾ ਤੇ ਅੱਗੇ ਜੀਵਨ ਨੂੰ ਕਰਾਉਣਾ। ਇਹ ਕਲਯੁਗ ਦੇ ਵਿੱਚ ਪੁੰਨ ਹੈ, ਇਹ ਅਸੀਂ ਪੁੰਨ ਕਰਨਾ। ਮਹਾਰਾਜ ਮੋਹਰ ਲਾਉਂਦੇ ਇਹ ਪੁੰਨ ਬਾਰੇ, ਕਹਿੰਦੇ ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਈ। ਵੀ ਕਲਯੁਗ ਦੇ ਵਿੱਚ ਪੁੰਨ ਕੀ ਹੈ? ਪਰਮਾਤਮਾ ਦੇ ਗੁਣ ਗਾਉਣੇ, ਪਰਮਾਤਮਾ ਦਾ ਸਿਮਰਨ ਕਰਨਾ, ਇਹ ਪੁੰਨ ਹੈ। ਦਾਨ ਕੀ ਹੈ? ਦਾਨ ਹੈ ਕਿਸੇ ਭੁੱਲੇ ਹੋਏ ਜੀਵ ਨੂੰ ਰਸਤਾ ਦੱਸਣਾ। ਕੋਈ ਜੀਵ ਚੱਲ ਰਿਹਾ ਵੈਰ ਵਿਰੋਧ ਵਾਲੇ ਰਸਤੇ 'ਤੇ, ਉਹਦੇ ਅੰਦਰ ਈਰਖਾ ਹੈ, ਨਫ਼ਰਤ ਹੈ, ਹਉਮੈ ਹੈ, ਹੰਕਾਰ ਹੈ, ਉਹ ਦੂਸਰਿਆਂ ਦੀ ਨਿੰਦਿਆ ਕਰਦਾ, ਉਹ ਲੜਾਈਆਂ ਝਗੜੇ ਕਰਦਾ, ਵੈਰ ਵਿਰੋਧ ਕਰਦਾ, ਉਹਨੂੰ ਆਪਾਂ ਰਸਤਾ ਦੱਸੋ ਵੀ ਜਿਹੜੇ ਤੁਸੀਂ ਇਹ ਵੈਰ ਵਿਰੋਧ ਵਾਲੇ ਰਾਹ 'ਤੇ ਚੱਲ ਰਹੇ, ਇਹਦੇ 'ਤੇ ਦੁੱਖ ਹੀ ਦੁੱਖ, ਤੁਸੀਂ ਹੋਰ ਦੁਖੀ ਹੋਵੋਗੇ। ਤੁਸੀਂ ਉਹ ਜੀਵ ਦੇ ਉੱਤੇ ਦਇਆ ਕੀਤੀ, ਤੁਸੀਂ ਉਹਨੂੰ ਸਿਮਰਨ ਕਰਨ 'ਤੇ ਲਾ ਦਿੱਤਾ, ਤੁਸੀਂ ਉਹਦੇ 'ਤੇ ਦਇਆ ਕੀਤੀ, ਉਹਨੂੰ ਸਤ ਸੰਗਤ ਦੇ ਵਿੱਚ ਲੈ ਕੇ ਆਏ। ਇਹ ਸਭ ਤੋਂ ਵੱਡਾ ਦਾਨ ਹੈ। ਇਹ ਤੋਂ ਵੱਡਾ ਹੋਰ ਕੋਈ ਸੰਸਾਰ ਦੇ ਵਿੱਚ ਦਾਨ ਨਹੀਂ ਹੈ। ਆਪਾਂ ਕਿਸੇ ਇੱਕ ਜੀਵ ਨੂੰ ਵੀ ਭੁੱਲੇ ਹੋਏ ਨੂੰ ਦੱਸ ਦਿੱਤਾ, ਆਪਣੇ ਕਹਿਣ 'ਤੇ ਉਹ ਸਿਮਰਨ ਕਰਨ ਲੱਗ ਗਿਆ, ਉਹ ਸਤ ਸੰਗਤ ਕਰਨ ਲੱਗ ਗਿਆ। ਉਹਨੇ ਆਪਦੇ ਜੀਵਨ ਦਾ ਕਿੱਡਾ ਵੱਡਾ ਲਾਹਾ ਖੱਟ ਲੈਣਾ। ਤੇ ਇਹ ਮਹਾਰਾਜ ਕਹਿੰਦੇ ਵੀ ਇਹ ਸਭ ਤੋਂ ਵੱਡਾ ਦਾਨ ਹੈ। ਹੋਰ ਸੰਸਾਰ ਦੇ ਦਾਨ ਜੀਵ ਕਿੰਨੇ ਵੀ ਕਰੇ, ਦੁਨਿਆਵੀ ਦ੍ਰਿਸ਼ਟਮਾਨ, ਉਹ ਨਾਮ ਦੇ ਇੱਕ ਤਿਲ ਬਰਾਬਰ। ਮਹਾਰਾਜ ਕਹਿੰਦੇ ਵੀ ਕਿੰਨਾ ਕੋਈ ਦਾਨ ਕਰੇ, ਸਾਨੂੰ ਫਿਰ ਦੱਸ ਦੇ। ਬਈ ਰੋਜ਼ ਕੋਈ, ਜਿਵੇਂ ਪੁਰਾਣੇ ਸਮੇਂ 'ਚ ਜੀਵ ਹਾਥੀ ਘੋੜੇ ਦਾਨ ਕਰ ਦਿੰਦੇ ਸੀ, ਹੁਣ ਸਮਾਂ ਬਦਲ ਗਿਆ, ਹੁਣ ਗੱਡੀਆਂ ਕਹਿ ਲਓ, ਵੀ ਉਦੋਂ ਹਾਥੀ ਘੋੜੇ ਸੀ, ਉਹਨਾਂ 'ਤੇ ਸਫ਼ਰ ਕਰਦੇ ਸੀ। ਹੁਣ ਰੋਜ਼ ਕੋਈ ਕਾਰਾਂ ਗੱਡੀਆਂ ਦਾਨ ਕਰੇ। ਮਹਾਰਾਜ ਨੇ ਹਾਥੀ ਘੋੜੇ ਦੱਸੇ ਉਸ। ਰੋਜ਼ ਕੋਈ ਆਪਦੇ ਬਰਾਬਰ ਤੋਲ ਕੇ ਸੋਨਾ ਉਹ ਦਾਨ ਕਰੇ। ਰੋਜ਼ ਕੋਈ ਜੀਵੇ ਭੂਮ ਧਰਤੀ ਇਹ ਦਾਨ ਕਰੇ। ਤੇ ਜੇ ਉਹ ਆਖੇ ਵੀ ਮੈਂ ਨਾਮ ਤੱਕ ਪਹੁੰਚ ਜੂ, ਸਤਿਗੁਰੂ ਕਹਿੰਦੇ ਨਾਮ ਦੇ ਇੱਕ ਤਿਲ ਮਾਤਰ ਨਹੀਂ, ਸਾਰਾ ਕੁਛ ਇੰਨਾ ਦਾਨ ਜੀਵ ਇਹ ਨਹੀਂ ਵੀ ਇੱਕ ਵਾਰ ਉਹ ਰੋਜ਼ ਕਰੇ, ਨਿੱਤ ਕਰੇ। ਮਹਾਰਾਜ ਦੱਸਦੇ, ਕਹਿੰਦੇ ਅਸ ਦਾਨ, ਗਜ ਦਾਨ, ਸੇਜਾ ਨਾਰੀ ਭੂਮ ਦਾਨ। ਵੀ ਅੱਗੇ ਜੀਵ ਇਸਤਰੀਆਂ ਨੂੰ ਵੀ ਦਾਨ ਕਰ ਦਿੰਦੇ ਸੀ, ਮਹਾਰਾਜ ਕਹਿੰਦੇ ਉਹ ਵੀ ਰੋਜ਼ ਦਾਨ ਕਰ। ਅਸ ਦਾਨ, ਗਜ ਦਾਨ, ਸੇਜਾ ਨਾਰੀ ਭੂਮ ਦਾਨ, ਐਸਾ ਦਾਨ ਨਿਤ ਨਿਤ ਕੀਜੇ। ਆਦਮ ਕੋ ਨਿਰਮੈਲ ਕੀਜੇ, ਆਪ ਬਰਾਬਰ ਕੰਚਨ ਦੀਜੇ। ਰਾਮ ਨਾਮ ਸਰ ਧੋ ਨਾ ਪੁੱਜੇ। ਮਹਾਰਾਜ ਕਹਿੰਦੇ ਵੀ ਰੋਜ਼ ਐਸਾ ਦਾਨ ਨਿਤ ਨਿਤ ਕਰੇ ਜੀਵ, ਵੀ ਆਪਦੇ ਬਰਾਬਰ ਤੋਲ ਕੇ ਸੋਨਾ ਦਵੇ, ਭੂਮ ਦਾਨ ਕਰੇ, ਰੋਜ਼ ਹਾਥੀ ਘੋੜੇ ਦਾਨ ਕਰੇ, ਤੇ ਰੋਜ਼ ਇਸਤਰੀਆਂ ਦਾਨ ਕਰੇ। ਤੇ ਫਿਰ ਵੀ ਆਖੇ ਵੀ ਮੈਂ ਬਹੁਤ ਵੱਡਾ ਦਾਨੀ ਹਾਂ। ਤੇ ਮਹਾਰਾਜ ਕਹਿੰਦੇ ਇੱਕ ਤਿਲ ਮਾਤਰ ਵੀ ਨਹੀਂ ਨਾਮ ਤੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹੋ ਜਿਹੇ ਦਾਨ ਜੀਵ ਪਹਿਲਾਂ ਯੁੱਗਾਂ 'ਚ ਵੀ ਕਰਦੇ ਰਹੇ, ਪੁਰਾਣੇ ਸਮਿਆਂ ਦੇ ਵਿੱਚ। ਹੁਣ ਆਪਾਂ ਨੂੰ ਦੱਸਿਆ ਵੀ ਕਲਯੁੱਗ ਦੇ ਸਮੇਂ ਦੇ ਵਿੱਚ ਨਾਮ ਤੋਂ ਬਿਨਾਂ ਅਸੀਂ ਮੁਕਤ ਨਹੀਂ ਹੋ ਸਕਦੇ। ਇਹ ਬਾਹਰੀ ਦਾਨ ਜੀਵ ਕਿੰਨਾ ਵੀ ਕਰੀ ਚੱਲੇ, ਜੇ ਉਹ ਅੰਦਰੋਂ ਨਾਮ ਦੇ ਨਾਲ ਨਹੀਂ ਜੁੜਿਆ, ਜੇ ਉਹ ਸਿਮਰਨ ਨਹੀਂ ਕਰਦਾ,
ਫਿਰ ਉਹ ਮੁਕਤ ਨਹੀਂ ਹੋ ਸਕਦਾ। ਇਹ ਸਾਰਾ ਕੁਝ ਇੱਥੇ ਦਾ ਇੱਥੇ ਹੀ ਰਹਿ ਜਾਂਦਾ। ਮਹਾਰਾਜ ਇਸ ਲਈ ਸਮਝਾਉਂਦੇ, ਕਹਿੰਦੇ 4 ਯੁਗਾਂ ਕਾ ਹੁਣ ਨਵੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਜਤ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰਨਾਮਾ। ਬਈ ਪੁਰਾਣੇ ਸਮਿਆਂ 'ਚ ਜੀਵ ਤੀਰਥਾਂ 'ਤੇ ਜਾਂਦੇ, ਵੱਡੇ ਵੱਡੇ ਸਮੇਤ ਜੱਗ ਕਰਦੇ, ਪੁੰਨ ਦਾਨ ਕਰਦੇ ਉਹਨਾਂ ਯੁਗਾਂ ਦੇ ਵਿੱਚ, ਜਿਵੇਂ ਸਤਿਯੁਗ ਹੋ ਗਿਆ, ਤ੍ਰੇਤਾ, ਦੁਆਪਰ। ਹੁਣ ਮਹਾਰਾਜ ਕਹਿੰਦੇ ਕਲਯੁਗ ਹੈ, ਅਤੇ ਕਲਯੁਗ ਦੇ ਵਿੱਚ ਨਾਮ ਤੋਂ ਬਿਨਾਂ ਕੋਈ ਮੁਕਤ ਨਹੀਂ ਹੋ ਸਕਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜਾ ਇਹ ਪੁੰਨ ਦਾਨ ਹੁੰਦਾ ਨਾ, ਇਹ ਵੀ ਅਕਲ ਦੁਆਰਾ ਕੀਤਾ ਜਾਂਦਾ। ਉਹਨੂੰ ਅਕਲ ਨਹੀਂ ਕਹਿੰਦੇ ਜਿਹੜਾ ਦਾਨ ਕਰਕੇ ਸਾਡੇ ਅੰਦਰ ਹੰਕਾਰੀ। ਅੱਜ ਜਿਹੜਾ ਦਾਨ ਕਰਕੇ ਅਸੀਂ ਵੈਰ ਵਿਰੋਧ 'ਚ ਹੀ ਚਲੇ ਜਾਣਾ, ਮਹਾਰਾਜ ਕਹਿੰਦੇ ਨਾ ਤਾਂ ਉਹਨੂੰ ਅਕਲ ਕਿਹਾ ਜਾਂਦਾ। ਅਕਲ ਇਹ ਨਾ ਆਖੀਏ ਅਕਲ ਗਵਾਈਏ ਬਾਦ, ਵੀ ਉਹ ਕੋਈ ਸਿਆਣਪ ਨਹੀਂ, ਉਹ ਕੋਈ ਅਕਲ ਨਹੀਂ ਹੈ ਜਿਹਦੇ ਨਾਲ ਅਸੀਂ ਵਾਦ ਵਿਵਾਦ ਵੈਰ ਵਿਰੋਧ ਕਰਨਾ। ਫਿਰ ਮਹਾਰਾਜ ਦੱਸਦੇ, ਕਹਿੰਦੇ ਵੀ ਅਕਲ ਦੁਆਰਾ ਅਸੀਂ ਪਹਿਲਾਂ ਸਿਮਰਨ ਕਰਨਾ ਆਪ ਗੁਰੂ ਦੀ ਮੱਤ ਦੁਆਰਾ, ਸਹਿਜ ਵਿੱਚ ਜਾਣਾ, ਅਤੇ ਫਿਰ ਅਸੀਂ ਗੁਰਬਾਣੀ ਗੁਰੂ ਨੂੰ ਖੋਜਣਾ। ਫਿਰ ਨਾਮ ਦਾ ਭੇਦ ਲੈ ਕੇ, ਨਾਮ ਦੇ ਨਾਲ ਜੁੜ ਕੇ ਫਿਰ ਇਹ ਅੱਗੇ ਦਾਨ ਕਰਨਾ। ਸਤਿਗੁਰੂ ਫਰਮਾਉਂਦੇ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਣ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਕੀਜੇ ਦਾਨ, ਕਹੇ ਨਾਨਕ ਰਾਹ ਇਹੋ ਹੋਰ ਗੱਲਾਂ ਸ਼ੈਤਾਨ। ਗੁਰੂ ਸਾਹਿਬ ਸਾਨੂੰ ਕਹਿੰਦੇ ਵੀ ਇਹ ਹੈ ਦਾਨ ਕਰਨ ਦਾ ਰਸਤਾ, ਵੀ ਇਹ ਹੈ ਭੁੱਲੇ ਹੋਏ ਜੀਵਾਂ ਨੂੰ ਭੇਤ ਦੇਣਾ, ਉਹਨਾਂ ਨੂੰ ਸਿਮਰਨ 'ਤੇ ਲਾਉਣਾ, ਉਹਨਾਂ ਨੂੰ ਨਾਮ ਦਾ ਭੇਤ ਦੇਣਾ, ਸੱਚ ਨਾਲ ਜੋੜਨਾ, ਆਪਦੇ ਘਰ ਦਾ ਭੇਤ ਦੇਣਾ। ਇਹ ਪਰਉਪਕਾਰ, ਇਹ ਸਭ ਤੋਂ ਵੱਡਾ ਦਾਨ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਜਿਹੜੇ ਗੁਰਮੁਖ ਉਹ ਪਰਉਪਕਾਰੀ ਹੁੰਦੇ। ਸੰਸਾਰ ਦੇ ਵਿੱਚ ਉਹ ਸਾਨੂੰ ਭੁੱਲੇ ਹੋਏ ਜੀਵਾਂ ਨੂੰ ਇਹ ਭੇਤ ਦੇਣ ਵਾਸਤੇ ਆਉਂਦੇ। ਅਸੀਂ ਰੱਬ ਤੋਂ ਟੁੱਟੇ ਹਾਂ, ਸਾਨੂੰ ਭੁੱਲਿਆਂ ਨੂੰ ਰੱਬ ਦੇ ਨਾਲ ਮਿਲਾਉਂਦੇ, ਸਾਨੂੰ ਭਗਤੀ 'ਤੇ ਲਾਉਂਦੇ, ਸਾਨੂੰ ਭਗਤੀ ਦਾ ਭੇਤ ਦਿੰਦੇ। ਇਹਨੂੰ ਕਹਿੰਦੇ ਪਰਉਪਕਾਰ। ਜੋ ਮਹਾਰਾਜ ਫਰਮਾਉਂਦੇ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਵਣ ਹਰ ਸਿਉ ਲੈਣ ਮਲਾਏ। ਵੀ ਉਹ ਸਾਨੂੰ ਭਗਤੀ ਦਾ ਭੇਤ ਦਿੰਦੇ ਅਤੇ ਭਗਤੀ 'ਤੇ ਲਾਉਂਦੇ। ਸਾਨੂੰ ਕਹਿੰਦੇ ਤੁਸੀਂ ਸਿਮਰਨ ਕਰੋ, ਵਾਰ ਵਾਰ ਕਹਿੰਦੇ ਸਤ ਸੰਗਤ ਕਰੋ। ਇਹ ਸਾਡੇ 'ਤੇ ਪਰਉਪਕਾਰ ਹੈ। ਉਹ ਸਾਨੂੰ ਵਾਰ ਵਾਰ ਤਾਂ ਕਹਿੰਦੇ ਵੀ ਇਹ ਜੀਵਨ ਦਾ ਲਾਹਾ ਖੱਟ ਲੈਣ, ਵੀ ਇਹ ਜੀਵਨ ਵਾਰ ਵਾਰ ਨਹੀਂ ਮਿਲਦਾ। ਅੱਗੇ ਸਾਨੂੰ ਕਈਆਂ ਯੁਗਾਂ ਬਾਅਦ ਇਹ ਪ੍ਰਾਪਤ ਹੋਏ। ਅਸੀਂ ਫਿਰ ਵੀ ਇੱਧਰ ਕਰਮ ਦੇ ਨਾਲ ਜੁੜ ਕੇ ਕਿਤੇ ਇਹਨੂੰ ਫਿਰ ਵਿਅਰਥੀ ਨਾ ਖਰਾਬ ਕਰ ਲਈਏ, ਫਿਰ ਨਾ ਵਾਪਸ ਜੂਨਾਂ 'ਚ ਜਾ ਵੜੀਏ। ਤਾਂ ਫਿਰ ਉਹ ਸਾਨੂੰ ਇਹ ਭੇਜ ਦਿੰਦੇ, ਸਾਨੂੰ ਇਹ ਸਮਝਾਉਂਦੇ, ਅਤੇ ਸਾਡੇ ਉੱਤੇ ਇਹ ਦਾਨ ਕਰਦੇ, ਸਾਡੇ 'ਤੇ ਦਇਆ ਕਰਦੇ, ਪਰਉਪਕਾਰ ਕਰਦੇ। ਹੁਣ ਮਹਾਰਾਜ ਕਹਿੰਦੇ ਵੀ ਜਦੋਂ ਆਪਾਂ ਵੀ ਫਿਰ ਸਾਧ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਆਪਾਂ ਵੀ ਨਾਮ ਦੇ ਨਾਲ ਜੁੜ ਜਾਂਦੇ ਹਾਂ, ਫਿਰ ਉਹ ਆਪਾਂ ਨੂੰ ਵੀ ਅੱਗੇ ਪਰਉਪਕਾਰ ਕਰਨ 'ਤੇ ਲਾ ਦਿੰਦੇ। ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹ ਪਰਉਪਕਾਰੀ ਹੋ ਜਾਂਦੇ। ਮਹਾਰਾਜ ਕਹਿੰਦੇ ਪ੍ਰਭ ਕੋ ਸਿਮਰੇ ਸੇ ਜਨ ਪਰਉਪਕਾਰੀ। ਵੀ ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹ ਪਰਉਪਕਾਰੀ ਹੁੰਦੇ, ਉਹਨਾਂ ਦੇ ਅੰਦਰ ਦਇਆ ਹੁੰਦੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਦੋਂ ਇਹ ਅਸੀਂ ਪੁੰਨ ਦਾਨ ਕਰਾਂਗੇ, ਇਹਦੇ ਨਾਲ ਫਿਰ ਕੀ ਹੋਏਗਾ? ਜਨਮ ਕਰਮ ਮਲ ਉਤਰੇ ਮਨ 'ਤੇ ਜਾਏ ਗੁਮਾਨ। ਵੀ ਇਹ ਦਾਨ ਕਰਨ ਦੇ ਨਾਲ, ਇਹ ਪੁੰਨ ਕਰਨ ਦੇ ਨਾਲ ਸਾਡੇ ਅੰਦਰੋਂ ਗੁਮਾਨ ਜਾਣਾ,
ਸਾਡੇ ਅੰਦਰੋਂ ਹਉਮੈ ਹੰਕਾਰ ਜਾਂਦਾ ਲੱਗਣ। ਜੇ ਹੁਣ ਅਸੀਂ ਇਹ ਪੁੰਨਦਾਨ ਨਹੀਂ ਕਰਾਂਗੇ, ਫਿਰ ਜੀਵ ਦੇ ਅੰਦਰ ਹੋਰ ਹਉਮੈ ਆ ਜਾਂਦੀ, ਹੰਕਾਰ ਆ ਜਾਂਦਾ। ਮੈਂ ਤਾਂ ਬੜਾ ਵੱਡਾ ਦਾਨੀ ਹਾਂ, ਮੈਂ ਤਾਂ ਇੰਨਾ ਦਾਨ ਕਰਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਸਮਝਾਉਂਦੇ ਵੀ ਜਦੋਂ ਅਸੀਂ ਗੁਰੂ ਦੀ ਮੱਤ ਦੁਆਰਾ ਇਹ ਪੁੰਨਦਾਨ ਕਰਦੇ, ਫਿਰ ਇਹ ਜਿਹੜੇ ਸਾਡੇ ਉੱਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਈਰਖਾ ਵੈਰ ਵਿਰੋਧ ਨਫ਼ਰਤ, ਇਹ ਫਿਰ ਸਾਡੇ ਉੱਤੇ ਇੰਨਾ ਹਾਵੀ ਨਹੀਂ ਹੁੰਦੇ ਵੀ ਅਸੀਂ ਆਪਦੇ ਜੀਵਨ ਦੀ ਬਾਜੀ ਨੂੰ ਹਾਰ ਜਾਈਏ। ਮਹਾਰਾਜ ਕਹਿੰਦੇ ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸਮਾਨ। ਬਈ ਜਿਹੜਾ ਲੋਭ ਹੈ, ਲੋਭ ਨੂੰ ਸਵਨ ਕਹਿੰਦੇ। ਸਵਨ ਕਹਿੰਦੇ ਕੁੱਤੇ। ਜਿਨ੍ਹਾਂ ਜੀਵਾਂ ਨੇ ਫਿਰ ਨਹੀਂ ਸਤ ਸੰਗਤ ਕੀਤੀ, ਨਹੀਂ ਜਿਨ੍ਹਾਂ ਨੇ ਗੁਰੂ ਦੀ ਮੱਤ ਲਈ, ਉਹਨਾਂ ਦੇ ਅੰਦਰ ਫਿਰ ਲੋਭ ਦੀ ਲਹਿਰ ਚੱਲਦੀ। ਜਿਵੇਂ ਕੁੱਤਾ ਆਪਾਂ ਦੇਖਦੇ ਹਾਂ ਵੀ ਉਹ ਹਲਕ ਜਾਂਦਾ, ਜਦੋਂ ਉਹਨੂੰ ਹਲਕ ਚੜ੍ਹਦਾ ਉਹਦੇ ਅੰਦਰ ਇੱਕ ਲਹਿਰ ਚੱਲਦੀ, ਫਿਰ ਉਹ ਭੱਜਦਾ। ਫਿਰ ਜਿਹੜਾ ਵੀ ਉਹਦੇ ਅੱਗੇ ਆਉਂਦਾ ਉਹਨੂੰ ਹੀ ਵੱਢਦਾ। ਉਹਨੂੰ ਆਪਣੇ ਅਤੇ ਪਰਾਏ ਦੀ ਵੀ ਕੋਈ ਪਹਿਚਾਣ ਨਹੀਂ ਰਹਿੰਦੀ। ਜਿਹੜਾ ਉਹਦੇ ਸਾਹਮਣੇ ਆ ਗਿਆ ਉਹਨੂੰ ਹੀ ਵੱਢ ਦੇਣਾ। ਹੁਣ ਇਹੋ ਅਵਸਥਾ ਸਤਿਗੁਰੂ ਜਿਨ੍ਹਾਂ ਜੀਵਾਂ ਦੇ ਅੰਦਰ ਲੋਭ ਲਹਿਰ ਚੱਲ ਪਈ, ਉਹਨਾਂ ਦੀ ਫਿਰ ਹਾਲਤ ਦੱਸਦੇ। ਉਹ ਜਿਹੜਾ ਵੀ ਜੀਵ ਸਾਹਮਣੇ ਆਉਂਦਾ ਉਹਦਾ ਹੀ ਹੱਕ ਮਾਰਦਾ। ਉਹਦੇ ਅੰਦਰ ਇੰਨਾ ਲੋਭ ਪ੍ਰਬਲ ਹੋ ਜਾਂਦਾ, ਉਹ ਦੂਸਰਿਆਂ ਦਾ ਵੀ ਚਾਹੁੰਦਾ ਵੀ ਇਹਨਾਂ ਦਾ ਵੀ ਜਿਹੜਾ ਉਹ ਵੀ ਮੇਰੇ ਕੋਲ ਆ ਜਾਵੇ। ਕਿਵੇਂ ਨਾ ਕਿਵੇਂ ਮੈਂ ਕਿਸੇ ਨਾਲ ਧੋਖਾ ਕਰਕੇ, ਫਰੇਬ ਕਰਕੇ, ਚੁਸਤ ਚਲਾਕੀ ਕਰਕੇ ਜਿਹੜਾ ਧਨ ਮੈਂ ਆਪਦੇ ਕੋਲ ਲੈ ਆਵਾਂ। ਫਿਰ ਉਹਦੇ ਪਰਥਾਏ ਮਹਾਰਾਜ ਕਹਿੰਦੇ ਜਿਉਂ ਕੂਕਰ ਹਲਕਾਇਆ ਧਾਵੇ, ਦਹਿ ਦੇ ਸਜਾਏ ਲੋਭੀ ਜੰਤ ਨ ਜਾਣਨੀ, ਭਖ ਭਖ ਸਭ ਖਾਈ। ਜਿਨ੍ਹਾਂ ਨੂੰ ਫਿਰ ਇਹ ਲੋਭ ਸਵਾਨ ਲੱਗ ਗਿਆ, ਜਿਨ੍ਹਾਂ ਦੇ ਅੰਦਰ ਇਹ ਲੋਭ ਦੀ ਲਹਿਰ ਪ੍ਰਬਲ ਹੋ ਗਈ, ਉਹਨਾਂ ਨੂੰ ਪਰਮਾਤਮਾ ਚੇਤੇ ਨਹੀਂ ਰਹਿੰਦਾ। ਮਹਾਰਾਜ ਫਰਮਾਉਂਦੇ ਲੋਭ ਸਵਾਨ ਜਿਨ੍ਹਾਂ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ। ਵੀ ਜਿਨ੍ਹਾਂ ਨੂੰ ਇਹ ਲੋਭ ਸਵਾਨ ਲੱਗ ਗਿਆ, ਉਹਨਾਂ ਨੂੰ ਮਾਲਕ ਯਾਦ ਨਹੀਂ ਆਉਣਾ। ਉਹ ਫਿਰ ਸਿਮਰਨ ਨਹੀਂ ਕਰਨਗੇ, ਉਹ ਸਤ ਸੰਗਤ ਨਹੀਂ ਕਰਨਗੇ। ਸੋ ਮਹਾਰਾਜ ਫਿਰ ਸਾਨੂੰ ਸਮਝਾਉਂਦੇ ਵੀ ਜਦੋਂ ਅਸੀਂ ਫਿਰ ਇਹ ਸਾਧੂ ਜਨਾਂ ਦਾ ਮੰਜਨ ਕਰਦੇ, ਮਨ ਦਾ ਇਸ਼ਨਾਨ ਹੁੰਦਾ, ਸਾਡੇ ਮਨ ਤੋਂ ਇਹ ਮੈਲ ਉਤਰ ਜਾਂਦੀ, ਅਤੇ ਫਿਰ ਸਾਡੇ ਅੰਦਰੋਂ ਇਹ ਵੈਰ ਵਿਰੋਧ ਲੋਭ ਮੋਹ ਹੰਕਾਰ ਇਹ ਸਾਡੇ ਅੰਦਰੋਂ ਖਤਮ ਹੋਣਾ ਸ਼ੁਰੂ ਹੋ ਜਾਂਦਾ। ਇਹ ਫਿਰ ਸਾਡੇ ਉੱਤੇ ਇੰਨੇ ਹਾਵੀ ਨਹੀਂ ਹੁੰਦੇ ਵੀ ਸਾਡੀ ਸੁੱਧ ਮੱਤ ਜਿਹੜੀ ਉਹ ਬਿਲਕੁਲ ਹੀ ਮਰ ਜਾਵੇ। ਫਿਰ ਮਹਾਰਾਜ ਦੱਸਦੇ ਵੀ ਜਦੋਂ ਹੁਣ ਅਸੀਂ ਇਹ ਮਾਰਗ ਦੇ ਉੱਤੇ ਚੱਲਾਂਗੇ, ਸੱਚ ਦੇ ਤੇ ਨਾਮ ਦੇ ਤੇ ਮਾਲਕ ਨੂੰ ਮਿਲਾਪ ਦੇ ਤੇ, ਫਿਰ ਇਹ ਜਿਹੜਾ ਸਰੀਰ ਹੈ, ਤਨ, ਇਹਨੂੰ ਪਿੰਡ ਕਹਿੰਦੇ, ਇਹਨੂੰ ਦੇਸ਼, ਇਹਨੂੰ ਧਰਤੀ, ਇਹਨੂੰ ਖੇਤ, ਇਹਨੂੰ ਜਹਾਨ ਕਹਿੰਦੇ। ਆਪਣਾ ਜਹਾਨ ਇਹੀ ਹੈ। ਤਾਈਓ ਆਪਾਂ ਨੂੰ ਅੱਗੇ ਪੁਰਾਣੇ ਸਮੇਂ 'ਚ ਕਹਿੰਦੇ ਸੀ ਜੀ ਵੀ ਆਪ ਮਰੀਏ ਜੱਗ ਭਰ ਲਓ, ਵੀ ਜਦੋਂ ਆਪ ਹੀ ਮਰ ਗਏ ਸਮਝ ਲਓ ਭਰ ਲਓ ਹੀ ਆ ਗਈ। ਵੀ ਜੇ ਹੈਗੇ ਆ ਤਾਂ ਤਾਈਓ ਜਹਾਨ ਆ। ਹੁਣ ਜਦੋਂ ਆਪਾਂ ਫਿਰ ਇਹ ਮਾਲਕ ਸੱਚ ਪਰਮਾਤਮਾ ਨੂੰ ਆਖੀਏ, ਜਦੋਂ ਅਸੀਂ ਇਹ ਸੱਚ ਦੇ ਮਾਰਗ 'ਤੇ ਚੱਲਦੇ ਹਾਂ, ਭਗਤੀ ਕਰਦੇ ਹਾਂ, ਫਿਰ ਇਹ ਜਹਾਨ ਦੇ ਵਿੱਚ ਕਰੋੜਾਂ ਜੀਵ ਵੱਸਦੇ ਨੇ। ਇਹ ਨਗਰੀ ਹੈ, ਸਰੀਰ ਨੂੰ ਨਗਰੀ ਕਹਿੰਦੇ, ਇਹਨੂੰ ਦੇਸ਼ ਕਹਿੰਦੇ। ਫਿਰ ਜਦੋਂ ਮਨ ਰਾਜਾ ਘਰ ਚਲਾ ਜਾਂਦਾ, ਫਿਰ ਇਹ ਸਾਰਾ ਜਹਾਨ ਜਿਹੜਾ ਇਹ ਉਸਤਤ ਕਰਦਾ ਰਾਜੀ ਦੀ, ਬਈ ਸਾਡਾ ਜਿਹੜਾ ਰਾਜਾ ਉਹ ਖਾਲਸਾ। ਫਿਰ ਇਸ ਅਵਸਥਾ 'ਚ ਮਹਾਰਾਜ ਕਹਿੰਦੇ ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ। ਬਈ ਜਦੋਂ ਅਸੀਂ ਇਹ ਸੱਚ ਦੇ ਮਾਰਗ 'ਤੇ ਚੱਲਾਂਗੇ, ਸਾਰਾ ਜਹਾਨ
ਇਹ ਸਰੀਰ ਦੇ ਵਿੱਚ ਜਿੰਨੇ ਜੀਵ ਵਸਦੇ ਸਾਰੇ ਉਸਤਤ ਕਰਤੀ, ਸਾਰੇ ਵਡਿਆਈ ਕਰਦੇ ਕਿਹਦੀ? ਮਾਲਕ ਦੀ, ਪਰਮੇਸ਼ਰ ਦੀ। ਜਿਵੇਂ ਹੁਣ ਆਪਾਂ ਜਦੋਂ ਰਾਤ ਨੂੰ ਸੌਂ ਜਾਂਦੇ ਆਪਦੇ ਘਰ ਚਲੇ ਜਾਂਦੇ, ਇਸ ਦੇਸ਼ ਦੇ ਜਿਹੜੇ ਜਰਨੈਲ ਨੇ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਕਾਲ, ਇਹ ਤ੍ਰੈ ਗੁਣ ਮਾਇਆ, ਇਹ ਧਰਮ ਰਾਏ ਚਿਤਰਗੁਪਤ, ਇਹ ਸਾਰੇ ਬੈਠ ਜਾਂਦੇ ਵੀ ਆਓ ਹੁਣ ਬੈਠ ਕੇ ਸਾਰੇ ਸਿਮਰਨ ਕਰਦੇ ਵੀ ਹੁਣ ਮੰਨ ਗਿਆ ਹੈ ਆਪਦੇ ਦੇਸ਼ ਘਰ, ਆਪਾਂ ਬੈਠੋ ਸਾਰੇ ਸਿਮਰਨ ਕਰੀਏ। ਇਹ ਸਾਰੀ ਰਾਤ ਸਿਮਰਨ ਕਰਦੇ ਰਹਿੰਦੇ। ਜਦੋਂ ਅਸੀਂ ਸਵੇਰ ਨੂੰ ਆਉਂਦੇ ਫਿਰ ਮਨ ਆਉਣ ਸਾਰੀ ਫਿਰ ਭੜਥੂ ਪਾ ਦਿੰਦੇ। ਨਾ ਇਹ ਆਪ ਸਿਮਰਨ ਕਰਦਾ, ਨਾ ਇਹਨਾਂ ਨੂੰ ਕਰਨ ਦਿੰਦਾ, ਭਜਾਈ ਫਿਰਦਾ ਇਹਨਾਂ ਨੂੰ ਮਗਰ ਆਪਦੇ ਪਿੱਛੇ ਪਿੱਛੇ। ਫਿਰ ਮਹਾਰਾਜ ਕਹਿੰਦੇ ਵੀ ਜਦੋਂ ਮਨ ਕਰਨ ਲੱਗ ਜਾਂਦਾ ਫਿਰ ਇਹ ਸਾਰੇ ਤਾਂ ਇਹ ਤਾਂ ਪਹਿਲਾਂ ਵੀ ਕਰਦੇ ਨੇ, ਫਿਰ ਇਕੱਠੇ ਬਹਿ ਕੇ ਕਰਨਾ ਸ਼ੁਰੂ ਕਰ ਦਿੰਦੇ ਵੀ ਆ ਜੋ ਸਾਰਾ ਮਿਲ ਕੇ ਜਹਾਨ ਕਰਦੇ ਉਸਤਤ। ਜਿਸ ਨੂੰ ਮਹਾਰਾਜ ਕਹਿੰਦੇ ਗਾਵਣ ਤੁਧ ਨੂੰ ਪੌਣ ਪਾਣੀ ਵਿਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਣ ਤੁਧ ਨੂੰ ਚਿਤਰਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੀ। ਇਹ ਸਾਰੀ ਗਾਉਂਦੇ ਮਾਲਕ, ਸਾਰੇ ਉਸਤਤ ਕਰਦੇ, ਵਡਿਆਈ ਕਰਦੇ। ਤੇ ਜਦੋਂ ਮਨ ਕਰਦਾ ਤੇ ਫਿਰ ਸਾਰੇ ਹੀ ਕਰਨਾ ਸ਼ੁਰੂ ਕਰ ਦਿੰਦੇ, ਸਾਰਾ ਦੇਸ਼ ਹੀ ਲੱਗ ਜਾਂਦਾ, ਸਾਰਾ ਜਹਾਨ ਹੀ ਲੱਗ ਜਾਂਦਾ। ਸੋ ਮਹਾਰਾਜ ਫਿਰ ਇਸ ਲਈ ਕਹਿੰਦੇ ਵੀ ਜਦੋਂ ਅਸੀਂ ਇਹ ਮਾਰਗ ਦੇ ਉੱਤੇ ਚੱਲਾਂਗੇ, ਸੱਚ ਦੇ ਤੇ ਪਰਮਾਤਮਾ ਨੂੰ ਮਿਲਾਪ ਦੇ ਤੇ, ਫਿਰ ਜਿਹੜੇ ਗੁਰਮੁਖ ਨੇ ਉਹ ਰੋਮ ਰੋਮ ਮਾਲਕ ਨੂੰ ਧਿਆਉਂਦੇ। ਗੁਰਮੁਖ ਰੋਮ ਰੋਮ ਹਰਿ ਧਿਆਵੇ। ਜਿਵੇਂ ਆਪਣੇ ਤਾਂ ਜੀਵ ਇੱਕ ਆ ਰਸਨ, ਤੇ ਫਿਰ ਲੱਖਾਂ ਜੀਭਾਂ ਬਣ ਜਾਂਦੀਆਂ, ਕਰੋੜਾਂ। ਉਹ ਕਿਹੜੀਆਂ ਕਰੋੜਾਂ? ਫਿਰ ਇਹ ਜਿਹੜੇ ਆਪਣੇ ਰੋਮ ਨੇ, ਰੋਮਾਂ ਰੋਮਾਂ ਦੇ ਵਿੱਚੋਂ ਆਪਣੇ ਸਿਮਰਨ ਚੱਲਣਾ ਸ਼ੁਰੂ ਹੋ ਜਾਂਦਾ। ਜਿਸ ਵਰਤਾਏ ਮਹਾਰਾਜ ਕਹਿੰਦੇ ਇੱਕ ਦੂ ਜੀਭੋ ਲੱਖ ਹੋਈ, ਲੱਖ ਹੋਈ ਲੱਖ 20, ਵੀ ਉਹ ਫਿਰ ਇੱਕ ਤੋਂ ਲੱਖਾਂ ਜੀਭਾਂ ਬਣ ਗਈਆਂ। ਫਿਰ ਉਹ ਸਾਰੇ ਰੋਮ ਰੋਮ ਜਿਹੜਾ ਮਾਲਕ ਨੂੰ ਧਿਆਉਂਦਾ, ਤਾਂ ਕਹਿੰਦੇ ਗੁਰਮੁਖ ਰੋਮ ਰੋਮ ਹਰਿ ਧਿਆਵੇ। ਤੇ ਇਸੇ ਵਾਸਤੇ ਜੀ ਕਹਿੰਦੇ ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੀ ਜਹਾਨ, ਵੀ ਫਿਰ ਸਾਰੀ ਮਾਲਕ ਦੀ ਉਸਤਤ ਵਡਿਆਈ ਕਰਤੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਬਈ ਜਦੋਂ ਅਸੀਂ ਫਿਰ ਅੱਗੇ ਜੀਵਾਂ ਦੇ ਉੱਤੇ ਦਇਆ ਕਰਤੀ, ਬਈ ਕਿਸੇ ਜੀਵ ਨੂੰ ਆਪਾਂ ਰਸਤਾ ਦੱਸਦੇ, ਉਹਨੂੰ ਕਹਿੰਦੇ ਹਾਂ ਵੀ ਤੂੰ ਸਿਮਰਨ ਕਰ, ਉਹ ਆਪਣੇ ਆਖੇ ਲਾ ਕੇ ਉਹ ਸਿਮਰਨ ਕਰਨ ਲੱਗ ਜਾਂਦਾ। ਆਪਾਂ ਉਹਨੂੰ ਕਹਿੰਦੇ ਵੀ ਸਤ ਸੰਗਤ ਕਰੋ, ਉਹ ਆਪਣਾ ਕਹਿਣਾ ਮੰਨਦਾ, ਸੰਗਤ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਫਿਰ ਕੀਤੀ ਹੋਈ ਦਇਆ, ਇਹ ਪ੍ਰਵਾਨ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ। ਜਿਵੇਂ ਹੁਣ ਆਪਾਂ ਦੇਖਦੇ ਮਾਘ ਦੇ ਮਹੀਨੇ 'ਚ ਜੀਵ ਜਾਂਦੇ ਤੀਰਥਾਂ 'ਤੇ ਇਸ਼ਨਾਨ ਕਰਨ ਵਾਸਤੇ, ਜੇ ਆਪਾਂ ਇੱਕ ਵੀ ਭੁੱਲੇ ਹੋਏ ਜੀਵ ਨੂੰ ਰਸਤਾ ਦੱਸ ਦਿੱਤਾ ਤੇ ਸਮਝ ਲਓ ਵੀ ਸਾਡਾ 68 ਤੀਰਥਾਂ ਦਾ ਜਿਹੜਾ ਇਸ਼ਨਾਨ ਸੀ ਉਹ ਇੱਥੇ ਬੈਠਿਆਂ ਦਾ ਹੀ ਹੋ ਗਿਆ, ਤੇ ਆਪਾਂ ਨੂੰ ਉਹਦਾ ਫਲ ਸੀ ਜਿਹੜਾ ਉਹ ਪ੍ਰਾਪਤ ਹੋ ਗਿਆ। ਮਹਾਰਾਜ ਕਹਿੰਦੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਬਈ ਉਹ ਜੀਵ ਦੇ ਉੱਤੇ ਕੀਤੀ ਹੋਈ ਦਇਆ, ਮਨ ਦੇ ਉੱਤੇ ਉਹ ਪ੍ਰਵਾਨ ਹੈ। ਬਈ ਆਪਾਂ ਜਦੋਂ ਇਹ ਸਿਮਰਨ ਕਰਦੇ ਹਾਂ ਤੇ ਅੱਗੇ ਕਰਾਉਂਦੇ ਹਾਂ, ਜਾਂ ਆਪਾਂ ਗੁਰਬਾਣੀ ਗੁਰੂ ਜੋ ਸਾਨੂੰ ਦੱਸਦੇ ਉਹਦੀ ਆਪਾਂ ਵਿਚਾਰ ਕਰਦੇ ਹਾਂ ਤੇ ਅੱਗੇ ਜੀਵ ਸੁਣਦੇ, ਇਹਨੂੰ ਦਇਆ ਕਹਿੰਦੇ, ਮਨਾਂ ਦੇ ਉੱਤੇ ਕੀਤੀ ਜਾਂਦੀ। ਕਿਉਂਕਿ ਜਿੰਨਾ ਵੀ ਉਪਦੇਸ਼ ਉਹ ਸਾਡੇ ਮਨਾਂ ਨੂੰ ਹੀ ਦਿੱਤਾ ਜਾਂਦਾ, ਸਰੀਰ ਨੂੰ ਤਾਂ ਪਾਸੇ ਕਰ ਦਿੱਤਾ, ਘਰ ਪਿੰਡ ਕਹਿ ਕੇ ਇਹ ਸਰੀਰ ਦੀ ਗੱਲ ਨਹੀਂ ਚੱਲ ਰਹੀ। ਜਿੰਨੀ ਵੀ ਵਿਚਾਰ ਹੋ ਰਹੀ ਉਹ ਆਪਣੇ ਮਨ ਦੀ ਹੋ ਰਹੀ, ਤੇ ਸਾਡੇ ਮਨ ਨੂੰ ਸਮਝਾਇਆ ਜਾ ਰਹੀ। ਹੁਣ ਮਨ ਕਰਕੇ ਆਪਾਂ ਸਾਰੇ ਭਾਈ ਭਾਈਆਂ ਆਪਸ ਵਿੱਚ,
ਸਾਡੇ ਸਾਰਿਆਂ ਦੇ ਮਨਾਂ ਦਾ ਸਰੂਪ ਇੱਕੋ ਹੀ ਹੈ, ਜੋਤ ਸਰੂਪ, ਪ੍ਰਕਾਸ਼ ਰੂਪ ਆ। ਤੇ ਆਪਣੇ ਸਾਰਿਆਂ ਦਾ ਮਾਤਾ ਪਿਤਾ ਜੋ ਉਹ ਵੀ ਪ੍ਰਕਾਸ਼ ਰੂਪ, ਉਹ ਵੀ ਜੋਤ ਸਰੂਪ ਹੈ। ਆਪਾਂ ਸਾਰੇ ਇੱਕੋ ਮਾਤਾ ਪਿਤਾ ਦੇ ਬੱਚੇ। ਤਾਈਆਂ ਮਹਾਰਾਜ ਸਾਨੂੰ ਫਰਮਾਉਂਦੇ, ਇੱਕ ਪਿਤਾ ਇੱਕ ਸਕੀਹਾ ਮੁਬਾਰਕ। ਬਈ ਸਾਡਾ ਸਾਰਿਆਂ ਦਾ ਸਾਂਝਾ ਮਾਤਾ ਪਿਓ ਇੱਕੋ ਹੀ ਹੈ ਤੇ ਸਾਰਿਆਂ ਦਾ ਸਾਂਝਾ। ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਬਈ ਤੂੰ ਸਾਡਾ ਪਿਓ ਹੈ ਤੇ ਸਾਂਝਾ ਸਾਰਿਆਂ ਦਾ। ਹੁਣ ਆਪਾਂ ਸਾਰੇ ਉਹਦੇ ਬੱਚੇ ਹਾਂ। ਤਾਈਆਂ ਮਾਰੇ ਕਹਿੰਦੇ, ਤੂੰ ਮਾਤ ਪਿਤਾ ਹਮ ਬਾਰਕ ਤੇਰੀ, ਤੂੰ ਮਰੀ ਕਿਰਪਾ ਮੈਂ ਸੂਖ ਕਨੇਰੀ। ਵੀ ਤੂੰ ਸਾਡਾ ਮਾਤਾ ਪਿਤਾ। ਹੁਣ ਆਪਣਾ ਸਾਰਿਆਂ ਦਾ ਇੱਕੋ ਮਾਤਾ ਪਿਤਾ, ਤੇ ਇਸ ਕਰਕੇ ਆਪਾਂ ਸਾਰੇ ਕੀ ਹੋਏ, ਭਾਈ ਭਾਈ। ਭਾਈ ਭਾਈ ਕੌਣ ਨੇ? ਮਨ। ਇਹ ਸਰੀਰ ਨਹੀਂ। ਇਹ ਜਿਹੜਾ ਸਰੀਰ ਹੈ ਇਹ ਤਾਂ ਮਾਤਾ ਪਿਤਾ ਦੇ ਸੰਯੋਗ ਦੇ ਨਾਲ ਪੈਦਾ ਹੁੰਦਾ। ਸਰੀਰਾਂ ਦੇ ਮਾਂ ਪਿਓ ਤਾਂ ਆਪਣੇ ਸਾਰਿਆਂ ਦੇ ਵੱਖੋ ਵੱਖਰੇ ਨੇ। ਹੁਣ ਇਸ ਕਰਕੇ ਸਰੀਰ ਨੂੰ ਨਹੀਂ ਸਮਝਾਇਆ ਜਾ ਰਿਹਾ, ਮਨ ਨੂੰ ਸਮਝਾਇਆ ਜਾ ਰਿਹਾ। ਮਨਾਂ ਦਾ ਪਿਓ ਇੱਕੋ ਹੀ ਹੈ ਸਾਡਾ ਸਾਰਿਆਂ ਦਾ ਮਾਤਾ ਪਿਤਾ, ਵਾਹਿਗੁਰੂ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਭਾਈ ਕੌਣ ਹੈ? ਮਨ। ਇਸ ਲਈ ਮਹਾਰਾਜ ਕਹਿੰਦੇ, ਇਹ ਮਨ ਤੇਰਾ ਭਾਈ। ਵੀ ਇਹ ਜਿਹੜਾ ਮਨ ਹੈ ਇਹ ਮੇਰਾ ਭਾਈ। ਹੁਣ ਜਿਹੜਾ ਫਿਰ ਮਨ ਜਾਗ ਪੈਂਦਾ, ਜਿਹੜਾ ਮਾਲਕ ਨੂੰ ਮਿਲ ਪੈਂਦਾ, ਜਿਹੜਾ ਘਰ ਚਲਾ ਜਾਂਦਾ, ਜਿਹੜਾ ਸੁਖੀ ਹੋ ਗਿਆ, ਫਿਰ ਉਹ ਚਾਹੁੰਦਾ ਵੀ ਜਿਹੜੇ ਮੇਰੇ ਭਾਈ ਨੇ ਵੀ ਸੁਖੀ ਹੋ ਜਾਣ। ਵੀ ਇਹ ਦੁਖੀ ਕਾਹਤੋਂ ਹੋ ਰਹੇ ਨੇ? ਵੀ ਇਹ ਐਵੇਂ ਕਲਾ ਕਲੇਸ਼ ਦੇ ਵਿੱਚ, ਵੈਰ ਵਿਰੋਧ ਦੇ ਵਿੱਚ ਦੁਖੀ ਹੋ ਰਹੇ। ਬਈ ਜੇ ਸਿਮਰਨ ਕਰਨ ਤੇ ਸੁਖੀ ਹੋ ਜਾਣ। ਸੋ ਇਸ ਵਾਸਤੇ ਜਿਹੜੇ ਗੁਰਮੁਖ ਹੁੰਦੇ, ਸੰਤ ਹੁੰਦੇ, ਉਹਨਾਂ ਨੂੰ ਕੋਈ ਹੋਰ ਦੁੱਖ ਨਹੀਂ ਹੁੰਦਾ। ਉਹ ਦੁੱਖ ਉਦੋਂ ਮਹਿਸੂਸ ਕਰਦੇ ਜਦੋਂ ਅਸੀਂ ਉਹਨਾਂ ਦਾ ਕਹਿਣਾ ਨਹੀਂ ਮੰਨਦੇ, ਅਸੀਂ ਉਹਨਾਂ ਦੇ ਆਖੇ ਦੇ ਸਿਮਰਨ ਨਹੀਂ ਕਰਦੇ, ਅਸੀਂ ਉਹਨਾਂ ਦੇ ਆਖੇ ਦੇ ਸੰਗਤ ਨਹੀਂ ਕਰਦੇ। ਫਿਰ ਅਸੀਂ ਜਦੋਂ ਦੁਖੀ ਹੁੰਦੇ, ਸੰਸਾਰ ਦੀਆਂ ਗੱਲਾਂ ਕਰਦੇ ਹਾਂ, ਅਸੀਂ ਦੁਖੀ ਹੁੰਦੇ ਹਾਂ ਵੀ ਆਹ ਐਂ ਕਾਹਤੋਂ ਹੋ ਰਿਹਾ, ਆਹ ਐਂ ਕਾਹਤੋਂ ਹੋ ਰਿਹਾ। ਫਿਰ ਉਹ ਦੇਖਦੇ ਵੀ ਇਹ ਸੁਖੀ ਹੋ ਸਕਦੇ ਜੇ ਵਚਨ ਮੰਨਣ ਤੋਂ। ਤੇ ਤਾਂ ਮਹਾਰਾਜ ਇਸ ਅਵਸਥਾ 'ਚ ਕਹਿੰਦੇ ਨੇ, ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਮਹਾਰਾਜ ਕਹਿੰਦੇ ਵੀ ਸੰਤਾਂ ਨੂੰ ਕੋਈ ਹੋਰ ਦੁੱਖ ਨਹੀਂ। ਵੀ ਉਹ ਦੁੱਖ ਉਦੋਂ ਮਹਿਸੂਸ ਕਰਦੇ ਵੀ ਜਦੋਂ ਸਾਡੀ ਇਹ ਅਵਸਥਾਵਾਂ ਦੇਖਦੇ ਸੰਸਾਰ ਦੇ ਵਿੱਚ। ਵੀ ਦੁੱਖ ਅਸੀਂ ਖੁਦ ਪੈਦਾ ਕੀਤੇ ਹੋਏ ਨੇ, ਅਸੀਂ ਖੁਦ ਦੁਖੀ ਹੋ ਰਹੇ ਹਾਂ। ਸੁਖੀ ਹੋ ਸਕਦੇ ਹਾਂ ਜੇ ਅਸੀਂ ਗੁਰੂ ਦੀ ਮੱਤ ਲਈਏ ਤੇ ਉਹ ਸਾਨੂੰ ਗੁਰੂ ਦੀ ਮੱਤ ਦਿੰਦੇ, ਤੇ ਉਹ ਅਸੀਂ ਜਦੋਂ ਗ੍ਰਹਿਣ ਨਹੀਂ ਕਰਦੇ, ਲੈਣੀ ਨਹੀਂ ਚਾਹੁੰਦੇ, ਤੇ ਉਹ ਤਾਂ ਮਹਿਸੂਸ ਕਰਦੇ ਵੀ ਦੇਖੋ ਐਵੇਂ ਦੁਖੀ ਹੋਈ ਜਾ ਰਹੇ ਨੇ। ਸੋ ਐਸੀ ਅਵਸਥਾ 'ਚ ਫਿਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਬਈ ਇਹ ਫਿਰ ਜਦੋਂ ਸਾਡੇ ਉੱਤੇ ਉਹ ਦਇਆ ਕਰਦੇ, ਸਾਨੂੰ ਇਹ ਭੇਤ ਦਿੰਦੇ, ਸਮਝਾਉਂਦੇ, ਜੇ ਅਸੀਂ ਉਹਨਾਂ ਦਾ ਵਚਨ ਮੰਨ ਲਈਏ ਸਤ ਸਤ ਕਰਕੇ, ਫਿਰ ਅਸੀਂ ਇਹ ਭਵ ਸਾਗਰ, ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ। ਮਹਾਰਾਜ ਤਾਈਆਂ ਫਰਮਾਉਂਦੇ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਬਈ ਜੇ ਅਸੀਂ ਸੰਤਾਂ ਦਾ ਬਚਨ ਕਮਾਈਏ ਤੇ ਅਸੀਂ ਤਰ ਜਾਂਗੇ। ਤੇ ਬਚਨ ਉਹ ਸਾਨੂੰ ਕੋਈ ਹੋਰ ਬਹੁਤਾ ਤਾਂ ਦੱਸਦੇ ਨਹੀਂ, ਉਹ ਸਾਨੂੰ ਵਾਰ ਵਾਰ ਇਹੋ ਕਹਿੰਦੇ ਵੀ ਸਿਮਰਨ ਕਰੋ ਤੇ ਸਤ ਸੰਗਤ ਕਰੋ, ਹੋਰ ਤਾਂ ਉਹ ਸਾਨੂੰ ਕੁਛ ਬਾਹਲਾ ਕਹਿੰਦੇ ਨਹੀਂ। ਸੋ ਇਹੋ ਜੇ ਅਸੀਂ ਉਹਨਾਂ ਦਾ ਵਚਨ ਮੰਨਦੇ ਰਹੀਏ, ਸਿਮਰਨ ਕਰਦੇ ਰਹੀਏ, ਸੰਗਤ ਕਰਦੇ ਰਹੀਏ, ਤੇ ਅਸੀਂ ਆਪਦੇ ਜੀਵਨ ਦਾ ਲਾਹਾ ਖੱਟ ਲਈਏ, ਸਾਨੂੰ ਦੁੱਖ ਨਾ ਹੋਣ। ਸਾਡਾ ਮਨ ਹੈ ਜਿਹੜਾ ਉਹਦੇ ਵਿੱਚ ਆਤਮ ਬਲ ਰਵੇ। ਜਦੋਂ ਬਲ ਰਹੇਗਾ ਤੇ ਅਸੀਂ ਦੁਖੀ ਨਹੀਂ ਹੋਵਾਂਗੇ। ਬਲ ਤਾਂਹੀਓ ਰਹੇਗਾ ਜੇ ਅਸੀਂ ਸਿਮਰਨ ਕਰਦੇ ਰਹਾਂਗੇ, ਜੇ ਅਸੀਂ ਸਤ ਸੰਗਤ ਕਰਦੇ ਰਹਾਂਗੇ।
ਜਿਵੇਂ ਹੁਣ ਤਨ ਦੀ ਖੁਰਾਕ ਹੈ ਪ੍ਰਸ਼ਾਦਾ ਭੋਜਨ, ਆਪਾਂ ਛਕਦੇ ਹਾਂ ਅਤੇ ਤਨ ਤੰਦਰੁਸਤ ਰਹਿੰਦਾ। ਜੇ ਪ੍ਰਸ਼ਾਦਾ ਭੋਜਨ ਨਹੀਂ ਛਕਾਂਗੇ ਤਾਂ ਤਨ ਕਮਜ਼ੋਰ ਹੋ ਜਾਏਗਾ। ਹੁਣ ਇਸੇ ਤਰ੍ਹਾਂ ਹੀ ਮਨ ਹੈ, ਮਨ ਦਾ ਭੋਜਨ ਹੈ ਅੰਮ੍ਰਿਤ ਰਸ, ਨਾਮ ਰਸ। ਉਹ ਸਾਨੂੰ ਤਾਂ ਮਿਲੇਗਾ ਜੇ ਹੁਣ ਅਸੀਂ ਸਿਮਰਨ ਕਰਾਂਗੇ, ਜੇ ਅਸੀਂ ਸੰਗਤ ਕਰਾਂਗੇ। ਜੇ ਸੰਗਤ ਕਰਾਂਗੇ ਤਾਂ ਮਨ ਦਾ ਭੋਜਨ ਮਿਲਦਾ ਰਹੇਗਾ ਅਤੇ ਮਨ ਤਕੜਾ ਰਹੇਗਾ। ਜੇ ਹੁਣ ਮਨ ਦੀ ਖੁਰਾਕ ਹੀ ਨਹੀਂ ਲਵਾਂਗੇ, ਸੰਗਤ ਕਰਾਂਗੇ ਨਹੀਂ, ਸਿਮਰਨ ਕਰਾਂਗੇ ਨਹੀਂ, ਅਤੇ ਮਨ ਨੇ ਤਾਂ ਕਮਜ਼ੋਰ ਹੋਣਾ ਹੀ ਹੋਣਾ। ਫਿਰ ਜਿੰਨਾ ਮਨ ਕਮਜ਼ੋਰ ਹੋਏਗਾ ਓਨਾ ਵੱਧ ਦੁਖੀ ਹੋਏਗਾ, ਓਨੀਆਂ ਜ਼ਿਆਦਾ ਚਿੰਤਾਵਾਂ, ਜ਼ਿਆਦਾ ਫਿਕਰਾਂ 'ਚ ਜਾਏਗਾ। ਸੋ ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਇਹ ਸਾਡੇ ਵਾਸਤੇ, ਇਹ ਅਸੀਂ ਹੁਣ ਜੀਵਨ ਦੀ ਜਾਚ ਨੂੰ ਸਿੱਖਦੇ ਹੋਏ ਇਹ ਅਸੀਂ ਆਪਦੇ ਵਾਸਤੇ ਕਰਨਾ ਹੁੰਦਾ। ਸੰਗਤ, ਸਿਮਰਨ, ਅਭਿਆਸ ਵੀ, ਤਾਂ ਕਿ ਸਾਡਾ ਮਨ ਹੈ ਜਿਹੜਾ ਇਹ ਤਕੜਾ ਰਹੇ, ਇਹਦੇ ਵਿੱਚ ਆਤਮ ਬਲ ਬਣਿਆ ਰਹੇ। ਫਿਰ ਮਹਾਰਾਜ ਅੱਗੇ ਦੱਸਦੇ ਵੀ ਜਿਨ੍ਹਾਂ ਦੇ ਉੱਤੇ ਫਿਰ ਮਾਲਕ ਕਿਰਪਾ ਕਰਦੇ, ਜਿਨ੍ਹਾਂ 'ਤੇ ਦਇਆ ਕਰਦੇ, ਉਹਨਾਂ ਨੂੰ ਫਿਰ ਸੁਝਾਨ ਕਰ ਦਿੰਦੇ, ਉਹ ਸਿਆਣੇ ਹੋ ਜਾਂਦੇ। ਸਿਆਣੇ ਕਿਵੇਂ? ਨਾਮ ਦੇ ਨਾਲ ਜੁੜ ਕੇ, ਮਾਲਕ ਨਾਲ ਜੁੜ ਕੇ। ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਝਾਨ। ਵੀ ਉਹ ਪੁਰਖ, ਉਹ ਗੁਰਮੁਖ ਸਿਆਣੇ ਨੇ। ਸਿਆਣਾ ਕੌਣ ਹੈ? ਜਿਹਨੂੰ ਮਾਲਕ ਦਾ ਹੁਕਮ ਪਿਆਰਾ ਲੱਗਦਾ। ਸੋਈ ਸੁਗੜ ਸੋਈ ਸਿਆਣਾ, ਹੁਕਮ ਲਗੇ ਜਿਸ ਮੀਠਾ ਜੀ। ਬਈ ਜਿਹਨੂੰ ਮਾਲਕ ਦਾ ਹੁਕਮ ਭਾਣਾ ਪਿਆਰਾ ਲੱਗਦਾ, ਉਹਨੂੰ ਕਹਿੰਦੇ ਵੀ ਇਹ ਸੁਝਾਨ ਹੈ, ਇਹ ਸਿਆਣਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਨੂੰ ਮਾਲਕ ਮਿਲ ਗਿਆ, ਜਿਹੜੇ ਨਾਮ ਤੱਕ ਪਹੁੰਚ ਗਏ, ਐਸੇ ਗੁਰਮੁਖਾਂ ਦੇ ਉੱਤੇ ਅਸੀਂ ਕੁਰਬਾਨ ਜਾਂਦੇ ਹਾਂ, ਉਹਨਾਂ 'ਤੇ ਅਸੀਂ ਬਲਿਹਾਰ ਜਾਂਦੇ ਹਾਂ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ। ਬਈ ਜਿਨ੍ਹਾਂ ਨੂੰ ਮਾਲਕ ਮਿਲ ਪਿਆ, ਪਰਮਾਤਮਾ ਦੇ ਸਨਮੁਖ ਹੋ ਗਏ, ਘਰ ਚਲੇ ਗਏ, ਵਾਹਿਗੁਰੂ ਨਾਲ ਮਿਲਾਪ ਕਰ ਲਿਆ, ਉਹਨਾਂ 'ਤੇ ਅਸੀਂ ਕੁਰਬਾਨ ਜਾਂਦੇ ਹਾਂ। ਹੁਣ ਆਪਾਂ ਨੂੰ ਕਹਿੰਦੇ ਵੀ ਜਿਹੜੇ ਗੁਰਮੁਖ ਮਿਲ ਪਏ ਮਾਲਕ ਨੂੰ, ਉਹਨਾਂ ਦੀ ਤਾਂ ਵਡਿਆਈ ਆਖੀ ਨਹੀਂ ਜਾ ਸਕਦੀ, ਕਿਉਂਕਿ ਉਹਨਾਂ ਅਤੇ ਮਾਲਕ ਦੇ ਵਿੱਚ ਤਾਂ ਕੋਈ ਫਰਕ ਹੀ ਨਹੀਂ ਰਹਿੰਦਾ। ਜੇ ਆਪਣੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਪਿਆਸ ਵੀ ਪੈਦਾ ਹੋ ਜੇ ਉਹਦੇ ਦਰਸ਼ਨਾਂ 'ਚ, ਬਈ ਵਾਹਿਗੁਰੂ ਅਸੀਂ ਤੈਨੂੰ ਮਿਲਣਾ ਚਾਹੁੰਦੇ ਹਾਂ, ਸਾਡਾ ਤੇਰੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ, ਤੇਰੇ ਤੋਂ ਬਿਨਾਂ ਸਾਡਾ ਸਰਦਾ ਨਹੀਂ। ਜੇ ਸਾਡੇ ਅੰਦਰ ਇਹ ਤੜਫ ਵੀ, ਪਿਆਸ ਵੀ ਪੈਦਾ ਹੋ ਗਈ, ਤੇ ਮਹਾਰਾਜ ਕਹਿੰਦੇ ਉਹਨਾਂ ਤੋਂ ਵੀ ਅਸੀਂ ਕੁਰਬਾਨ ਜਾਂਦੇ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਸ। ਬਈ ਅਸੀਂ ਉਹਨਾਂ ਦੇ ਵੀ ਬਲ ਜਾਂਦੇ ਹਾਂ, ਬਲਿਹਾਰ, ਜਿਨ੍ਹਾਂ ਦੇ ਅੰਦਰ ਇਹ ਪਿਆਸ ਹੀ ਹੈ ਮਾਲਕ ਨੂੰ ਮਿਲਣ ਦੀ। ਹੁਣ ਜਿਨ੍ਹਾਂ ਦੇ ਅੰਦਰ ਇਹ ਪਿਆਸ ਹੈ, ਉਹ ਫਿਰ ਸਿਮਰਨ ਕਰਨਗੇ, ਉਹ ਸੰਗਤ ਕਰਨਗੇ। ਵੀ ਅਸੀਂ ਤੈਨੂੰ ਮਿਲਣਾ ਚਾਹੁੰਦੇ, ਅਤੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜਾ ਭਗਤ ਹੈ, ਜਿਹਦੇ ਅੰਦਰ ਇਹ ਪਿਆਸ ਹੈ, ਉਹ ਕਿਸੇ ਹੋਰ ਸੰਸਾਰ ਦੇ ਵਿੱਚ ਸਵਾਰਥ ਨਹੀਂ ਰੱਖਦਾ। ਉਹ ਤਾਂ ਸਿਰਫ ਮਾਲਕ ਦੀ ਉਸਤਤ ਕਰਕੇ, ਵਡਿਆਈ ਕਰਕੇ ਹੀ ਉਹਦੇ ਮਨ ਦੀ ਤ੍ਰਿਪਤੀ ਰਹਿੰਦੀ। ਤਾਂਹੀਓ ਮਹਾਰਾਜ ਕਹਿੰਦੇ ਕਾਹੂ ਫਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗ ਰਾਚੇ। ਵੀ ਉਹ ਮਾਲਕ ਦੀ ਕੀਰਤੀ ਕਰਕੇ ਹੀ, ਮਾਲਕ ਦੀ ਵਡਿਆਈ ਕਰਕੇ ਹੀ ਉਹ ਆਨੰਦ ਅਤੇ ਉਹ ਸੁੱਖ ਮਹਿਸੂਸ ਕਰਦੇ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਦੇ ਅੰਦਰ ਪਿਆਸ ਪੈਦਾ ਹੋ ਗਈ, ਜਿਹੜੇ ਮਾਲਕ ਨੂੰ ਮਿਲ ਗਏ, ਉਹਨਾਂ 'ਤੇ ਅਸੀਂ ਕੁਰਬਾਨ ਜਾਂਦੇ ਹਾਂ। ਅਤੇ ਆਓ ਹੁਣ ਇਹ ਪਿਆਸ ਸਾਡੇ ਅੰਦਰ ਕਿਵੇਂ ਪੈਦਾ ਹੋਣੀ? ਸੰਤਾਂ ਨੇ, ਸਾਧੂਆਂ ਨੇ, ਜਦੋਂ ਅਸੀਂ ਉਹਨਾਂ ਦਾ ਸੰਗ ਕਰਦੇ ਹਾਂ, ਜਦੋਂ
ਇਹ ਮਨ ਦਾ ਅਸੀਂ ਮੰਜਨ ਸਾਡੇ ਦਾ ਹੁੰਦਾ, ਉਹਨਾਂ ਨੇ ਸਾਡੇ ਅੰਦਰ ਇਹ ਤੜਫ ਅਤੇ ਵਿਰਾਗ ਹੀ ਪੈਦਾ ਕਰਨਾ ਮਾਲਕ ਨੂੰ ਮਿਲਣ ਵਾਸਤੇ। ਸੋ ਇਹ ਤੜਫ ਅਤੇ ਵਿਰਾਗ ਸਾਡੇ ਅੰਦਰ ਫਿਰ ਪੈਦਾ ਹੋਏਗਾ ਜਦੋਂ ਸਾਡਾ ਮਨ ਨਿਰਮਲ ਹੋਏਗਾ। ਜੇ ਸਾਡਾ ਮਨ ਮੈਲਾ ਹੈ ਫਿਰ ਅਸੀਂ ਕਹਾਂਗੇ ਵੀ ਅਸੀਂ ਕੀ ਲੈਣਾ ਸਿਮਰਨ ਕਰਕੇ, ਅਸੀਂ ਕੀ ਲੈਣਾ ਸੰਗਤ ਕਰਕੇ, ਕਿਉਂਕਿ ਉਹ ਮਨ ਮੈਲਾ, ਸਾਡੇ ਅੰਦਰ ਤੜਫ ਨਹੀਂ, ਵਿਰਾਗ ਨਹੀਂ ਹੈ। ਜਦੋਂ ਮਨ ਨਿਰਮਲ ਹੋ ਗਿਆ ਫਿਰ ਇਹ ਵਿਰਾਗੀ ਹੋ ਜਾਂਦੇ, ਫਿਰ ਇਹਨੂੰ ਪਤਾ ਵੀ ਮੇਰਾ ਮਾਲਕ ਤੋਂ ਬਿਨਾਂ ਸਰਨਾ ਨਹੀਂ। ਫਿਰ ਇਹ ਦਿਨ ਰਾਤ ਕੋਸ਼ਿਸ਼ ਕਰਦਾ ਮਾਲਕ ਨੂੰ ਮਿਲਣ ਵਾਸਤੇ, ਫਿਰ ਇਹ ਅਭਿਆਸ ਕਰਦਾ, ਫਿਰ ਇਹ ਭਗਤੀ ਕਰਦਾ। ਹੁਣ ਕਿਵੇਂ ਸਾਡੇ ਮਨ ਦਾ ਇਸ਼ਨਾਨ ਹੋਣਾ, ਜੋ ਮਹਾਰਾਜ ਕਹਿੰਦੇ ਮਾਘ ਮਜਨ ਸੰਗ ਸਾਧੂਆਂ, ਵੀ ਕਿਵੇਂ ਅਸੀਂ ਸਤ ਸੰਗਤ ਕਰਕੇ ਮਨ ਦਾ ਮੰਜਨ ਹੁੰਦਾ ਇਸ਼ਨਾਨ, ਕਿਵੇਂ ਮਨ ਦਾ ਇਸ਼ਨਾਨ ਹੋਣਾ, ਉਹਦੇ ਵਾਸਤੇ ਫਿਰ ਇਹ ਸਿਮਰਨ ਹੈ। ਘਰ ਇਸ਼ਨਾਨ ਸਿਮਰ ਪ੍ਰਭ ਆਪਣਾ। ਹੁਣ ਜੋ ਸਤਿਗੁਰੂ ਆਪਾਂ ਨੂੰ ਸਾਸ ਗਿਰਾ ਸਿਮਰਨ ਅਭਿਆਸ ਦੱਸਦੇ ਨੇ, ਸਾਰੇ ਗੁਰਮੁਖ ਪਿਆਰੇ ਆਓ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਹੀ ਆਪਾਂ ਸਿਮਰਨ ਕਰਦੇ ਹਾਂ ਇਹ ਪੁੰਨ ਹੈ। ਕਲਯੁਗ ਦੇ ਸਮੇਂ ਵਿੱਚ ਇਹ ਪੁੰਨ ਹੈ, ਇਹ ਕਰਨਾ ਆਪਾਂ। ਸਤਿਗੁਰੂ ਕਹਿੰਦੇ ਫਿਰ ਵੀ ਜਿਨ੍ਹਾਂ ਨੂੰ ਮਾਲਕ ਮਿਲ ਗਿਆ,
ਜਿਨ੍ਹਾਂ ਨੇ ਫਿਰ ਅਭਿਆਸ ਕੀਤਾ, ਗੁਰੂ ਦੀ ਮੱਤ ਲਈ, ਸਹਿਜ ਵਿੱਚ ਗਏ, ਨਾਮ ਦੇ ਨਾਲ ਜੁੜੇ, ਉਹਨਾਂ ਨੇ ਮਿਲਾਪ ਕੀਤਾ। ਸਤਿਗੁਰੂ ਕਹਿੰਦੇ ਉਹਨਾਂ ਦੇ ਅਸੀਂ ਕੁਰਬਾਨ ਜਾਂਦੇ ਹਾਂ। ਅਤੇ ਮਾਘ ਦੇ ਮਹੀਨੇ ਵਿੱਚ ਉਹੀਓ ਗੁਰਮੁਖ ਫਿਰ ਸੋਚੇ ਨੇ ਜਿਨ੍ਹਾਂ ਦੇ ਉੱਤੇ ਪੂਰਾ ਗੁਰੂ ਮਿਹਰਬਾਨ ਹੋ ਗਿਆ। ਪੂਰਾ ਗੁਰੂ ਕਹਿੰਦੇ ਨਾਦ ਨੂੰ, ਸ਼ਬਦ ਨੂੰ, ਜਿਹੜੇ ਫਿਰ ਉਹ ਸ਼ਬਦ ਗੁਰੂ ਨਾਦ ਦੀ ਸੇਵਾ ਕਰਦੇ, ਅੰਤਰਮੁਖੀ ਜੁੜੇ ਮਾਲਕ ਦੇ ਨਾਲ, ਸ਼ਬਦ ਦੇ ਨਾਲ। ਉਹਨਾਂ ਨੂੰ ਸੋਚੇ ਕਹਿੰਦੇ ਵੀ ਇਹ ਸੋਚੇ, ਹੋਰ ਸੋਚੇ ਇਹ ਨਹੀਂ ਵੀ ਜਿਹੜੇ ਇਕੱਲੇ ਪਿੰਡੇ ਨੂੰ ਹੀ ਧੋਂਦੇ ਸਰੀਰ ਨੂੰ। ਸੋਚੇ ਉਹ ਗੁਰਮੁਖ ਹੁੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਸੱਚ ਵਸ ਗਿਆ, ਨਾਮ ਵਸ ਗਿਆ। ਤਾਂ ਮਹਾਰਾਜ ਫਰਮਾਉਂਦੇ, ਸੋਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ, ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਬਈ ਸੋਚੇ ਇਕੱਲੇ ਉਹ ਨਹੀਂ ਜਿਹੜੇ ਸਿਰ ਪਿੰਡੇ ਨੂੰ ਮਲ ਧੋਈ ਜਾਂਦੇ। ਸੋਚੇ ਉਹ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਸੱਚ ਵਸਦਾ ਹੈ, ਪਰਮਾਤਮਾ, ਜਿਨ੍ਹਾਂ ਦੇ ਮਨ 'ਚ ਉਹ ਸ਼ਬਦ ਨਾਦ ਵਸਦਾ। ਅਤੇ ਉਹਨਾਂ ਵਰਤਾਏ ਫਿਰ ਮਹਾਰਾਜ ਕਹਿੰਦੇ, ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ, ਮਾਘ ਸੋਚੇ ਸੇ ਕਾਢੀਏ, ਜਨ ਪੂਰਾ ਗੁਰ ਮਿਹਰਬਾਨ। ਵੀ ਮਾਘ ਦੇ ਮਹੀਨੇ ਵਿੱਚ ਉਹ ਗੁਰਮੁਖ ਸੋਚੇ ਹੋ ਗਏ ਜਿਨ੍ਹਾਂ ਦੇ ਪੂਰਾ ਗੁਰੂ ਮਿਹਰਬਾਨ ਹੋ ਗਏ, ਜਿਹੜੇ ਅੰਦਰੋਂ ਨਾਮ ਦੇ ਨਾਲ ਜੁੜ ਗਏ। ਹੁਣ ਆਪਾਂ ਵੀ ਫਿਰ ਇਹ ਮਾਘ ਦਾ ਮਹੀਨਾ ਸ਼ੁਰੂ ਹੋਇਆ, ਆਪਾਂ ਹੁਣ ਇਹਦੇ ਵਿੱਚ ਕੋਸ਼ਿਸ਼ ਕਰਨੀ ਵੀ ਅਸੀਂ ਸੁੱਚੇ ਹੋ ਜਾਈਏ। ਅਤੇ ਨਾਲ ਨਾਲ ਆਪਾਂ ਇਹਦੇ 'ਚ ਪੁੰਨ ਦਾਨ ਵੀ ਕਰਨਾ। ਮਾਘ ਦੇ ਮਹੀਨੇ 'ਚ ਸਾਰੇ ਕਰਦੇ ਨਾ ਜੀ ਪੁੰਨ ਦਾਨ, ਆਪਾਂ ਵੀ ਕਰਨਾ। ਆਪਾਂ ਹੁਣ ਗੁਰੂ ਦੀ ਮੱਤ ਦੁਬਾਰਾ ਕਰਨਾ ਵੀ ਕਿਹੜਾ ਪੁੰਨ ਕਰਨਾ, ਇਹ ਸਿਮਰਨ ਕਰਨਾ ਅਤੇ ਅੱਗੇ ਕਰਾਉਣਾ, ਇਹ ਪੁੰਨ ਕਰਨਾ ਅਤੇ ਨਾਲ ਦਾਨ ਵੀ ਕਰਨਾ। ਭੁੱਲੇ ਹੋਏ ਜੀਵਾਂ ਨੂੰ ਨਾਲ ਨਾਲ ਰਸਤਾ ਵੀ ਦੱਸਣਾ। ਗੁਰਬਾਣੀ ਗੁਰੂ ਦੀ ਵਿਚਾਰ ਜਿੰਨੀ ਕੁ ਆਪਾਂ ਨੂੰ ਸਮਝ ਲੱਗਦੀ, ਜਿੰਨਾ ਕੁ ਆਪਣੇ ਪੱਲੇ ਧਨ ਹੈ। ਜਿਵੇਂ ਆਪਾਂ ਦੇਖਦੇ ਵੀ ਜਿਹਦੇ ਕੋਲ ਜਿੰਨਾ ਕੁ ਧਨ ਹੁੰਦਾ ਓਨਾ ਕੁ ਦਾਨ ਕਰ ਦਿੰਦਾ। ਜੇ ਕੋਲੇ ਧਨ ਹੀ ਨਾ ਹੋਵੇ ਤਾਂ ਦਾਨ ਕੀ ਕਰਾਂਗੇ। ਹੁਣ ਇਸੇ ਤਰ੍ਹਾਂ ਹੀ ਜੇ ਅਸੀਂ ਖੁਦ ਨਹੀਂ ਕਮਾਈ ਕਰਾਂਗੇ, ਅਸੀਂ ਸਿਮਰਨ ਨਹੀਂ ਕਰਾਂਗੇ, ਸੰਗਤ ਨਹੀਂ ਕਰਾਂਗੇ, ਸਾਡੇ ਪੱਲੇ ਖੁਦ ਨਹੀਂ ਨਾਮ ਧਨ ਹੋਏਗਾ, ਅਤੇ ਆਪਾਂ ਦਾਨ ਕੀ ਕਰਾਂਗੇ। ਫਿਰ ਤਾਂ ਦਾਨ ਕਰ ਹੀ ਨਹੀਂ ਸਕਦੇ। ਜਿਹੜਾ ਆਪ ਹੀ ਭੁੱਖਾ ਅਤੇ ਨੰਗਾ ਹੈ ਉਹ ਦਾਨ ਕੀ ਕਰੂਗਾ। ਹੁਣ ਇਸੇ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਪੁੰਨ ਦਾਨ ਮਨ ਦੇ ਉੱਤੇ ਕੀਤਾ ਜਾਂਦਾ। ਅਤੇ ਮਨ ਭੁੱਖਾ ਨੰਗਾ ਕਦੋਂ ਹੁੰਦਾ, ਜਦੋਂ ਇਹ ਪਰਮਾਤਮਾ ਨਾਲੋਂ ਟੁੱਟਿਆ ਹੋਇਆ, ਜਦੋਂ ਨਾਮ ਦੇ ਨਾਲੋਂ ਟੁੱਟਿਆ ਹੋਇਆ, ਉਦੋਂ ਫਿਰ ਇਹਨੂੰ ਭੁੱਖਾ ਅਤੇ ਨੰਗਾ ਕਹਿੰਦੇ, ਨਾਮ ਤੋਂ ਹੀਣਾ ਹੈ। ਅਤੇ ਜਿਹੜੇ ਗੁਰਮੁਖ ਨਾਮ ਦੇ ਨਾਲ ਜੁੜ ਗਏ, ਸੱਚ ਨਾਲ ਜੁੜ ਗਏ, ਉਹਨਾਂ ਦੇ ਮਨ ਦੀ ਤ੍ਰਿਪਤੀ ਹੋ ਜਾਂਦੀ, ਉਹਨਾਂ ਦੇ ਮਨ ਨੂੰ ਸਬਰ ਸੰਤੋਖ ਆ ਜਾਂਦਾ, ਉਹ ਰੱਜ ਜਾਂਦੀ। ਉਹ ਫਿਰ ਅੱਗੇ ਪੁੰਨ ਦਾਨ ਵੀ ਕਰ ਸਕਦੇ। ਅਤੇ ਇਸ ਵਾਸਤੇ ਹੁਣ ਆਪਾਂ ਆਪ ਵੀ ਸਿਮਰਨ ਕਰਨਾ ਅਤੇ ਨਾਲ ਨਾਲ ਆਪਾਂ ਅੱਗੇ ਵੀ ਕਰਾਉਣਾ। ਪਰਿਵਾਰਾਂ ਦੇ ਵਿੱਚ ਹੋਰ ਜਿਹੜੇ ਆਪਣੇ ਸੰਗੀ ਸਾਥੀ, ਉਹਨਾਂ ਨੂੰ ਵੀ ਪ੍ਰੇਰਨਾ ਵੀ ਤੁਸੀਂ ਵੀ ਸਿਮਰਨ ਕਰੋ, ਤੁਸੀਂ ਵੀ ਪੁੰਨ ਕਰੋ, ਇਹ ਪੁੰਨ ਖੱਟ ਲਓ ਮਾਘ ਦੇ ਮਹੀਨੇ 'ਚ ਸਿਮਰਨ ਕਰਕੇ। ਅਤੇ ਜਿੰਨੀ ਕੁ ਆਪਾਂ ਨੂੰ ਸਮਝ ਲੱਗਦੀ ਆਪਾਂ ਉਹਨਾਂ ਕੁ ਅੱਗੇ ਦੱਸੀ ਜਾਣਾ ਵੀ ਸਾਨੂੰ ਗੁਰਬਾਣੀ ਗੁਰੂ ਆਹ ਸਮਝਾਉਂਦੇ। ਇਹ ਵਰਦਾਨ ਹੈ। ਅਤੇ ਕਿਸੇ ਇੱਕ ਜੀਵ 'ਤੇ ਵੀ ਆਪਾਂ ਕਰ ਦਿੱਤਾ ਅਤੇ ਸਮਝ ਲਓ 68 ਤੀਰਥਾਂ ਦੇ ਫਲ ਦਾ ਇਸ਼ਨਾਨ ਆਪਾਂ ਨੂੰ ਪ੍ਰਾਪਤ ਹੋ ਗਿਆ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਵੀ ਤੁਸੀਂ ਉਹ ਜੀਵ ਦੇ ਉੱਤੇ ਦਇਆ ਕੀਤੀ। ਸੋ ਇਸ ਵਾਸਤੇ ਗੁਰਮੁਖੋ ਹੁਣ ਇਹ ਆਪ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਪੁੰਨ ਦਾਨ ਕਰਨਾ, ਇਹੀ ਅਤੇ ਵੱਧ ਤੋਂ ਵੱਧ ਆਪ ਸੰਗਤ ਕਰ, ਆਪ ਹੀ ਮੰਜਨ ਕਰਨਾ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਆਪ ਹੀ ਇਸ਼ਨਾਨ ਕਰਨਾ ਅਤੇ ਮੁੜ ਕੇ ਅੱਗੇ ਹੋਰਾਂ ਨੂੰ ਵੀ ਦੱਸਣਾ ਵੀ ਤੁਸੀਂ ਵੀ ਕਰ ਲਓ। ਸੋ ਬਾਕੀ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ ਹੈ। ਅਤੇ ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ,
ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ ਅਤੇ ਆਪਾਂ ਆਪਦੇ ਜੀਵਨ ਦਾ ਲਾਹਾ ਖੱਟ ਕੇ ਆਪਦੇ ਘਰ ਵਾਪਸ ਜਾਈਏ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹਾਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।